बहुत स्वागत है जी सारिਆਂ ਦਾ। मैं हाँ सुरिंदर डल्ला ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ। ਰੰਧਾਵਾ ਜੀ ਬਹੁਤ ਬਹੁਤ ਸਵਾਗਤ ਹੈ ਜੀ। बहुत बहुत धन्यवाद ਤੁਹਾਡਾ ਡੱਲਾ ਜੀ। ਰੰਧਾਵਾ ਜੀ ਦੋ ਬੜੇ ਅਹਿਮ ਵਿਸ਼ੇ ਨੇ, ਉਸ ਤੋਂ ਬਾਅਦ ਆਪਾਂ ਕਈ ਵਿਸ਼ੇ ਲਵਾਂਗੇ ਅੱਜ, ਲੇਕਿਨ ਮੂਲ ਰੂਪ 'ਚ ਮੈਂ ਚਾਹੁੰਦਾ ਕਿ ਦੋ ਵੱਡੀਆਂ ਘਟਨਾਵਾਂ ਨੇ। ਕੱਲ ਸਾਡੇ ਪੰਜਾਬ ਦੇ 4 ਨੌਜਵਾਨ ਕਰਨਾਲ 'ਚ ਗ੍ਰਿਫਤਾਰ ਕੀਤੇ ਗਏ ਨੇ, ਪੁਲਿਸ ਰਿਮਾਂਡ ਤੇ ਨੇ 10 ਦਿਨਾਂ ਦੀ। ਪਰ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਨੇ ਇੱਕ ਵਾਰੀ ਫੇਰ ਕਈ ਕੌੜੇ ਸੱਚ ਸਾਡੇ ਸਾਰਿਆਂ ਦੇ ਸਾਹਮਣੇ ਲਿਆਤੇ। ਇਹ ਗੱਲ ਇੱਕ ਵਾਰੀ ਫੇਰ ਬਹੁਤ ਸਾਰੇ ਲੋਕ ਜਿਹੜੇ ਡਰੋਨ ਦੇ ਖਤਰੇ ਨੂੰ ਨਹੀਂ ਸਮਝ ਪਾ ਰਹੇ ਸੀ, ਸ਼ਾਇਦ ਹੁਣ ਸਮਝ ਪਾ ਰਹੇ ਹੋਣਗੇ ਕਿ ਸਰਹੱਦ ਪਾਰ ਤੋਂ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਪੰਜਾਬ ਲਈ ਕਿੰਨੇ ਖਤਰਨਾਕ ਨੇ। ਹੁਣ ਤਾਂ ਵਿਸਫੋਟਕ ਆਏ ਨੇ, ਨਸ਼ਾ ਵੀ ਜ਼ਰੂਰ ਇਹਨਾਂ ਡਰੋਨਾਂ ਦੇ ਜ਼ਰੀਏ ਆਉਂਦਾ ਹੈ, ਕਿਉਂਕਿ ਬਾਰ-ਬਾਰ ਸਾਡੀਆਂ ਸਿਕਿਉਰਿਟੀ ਏਜੰਸੀਜ਼ ਇਸ ਗੱਲ ਦਾ ਦਾਅਵਾ ਕਰਦੀਆਂ ਸੀ। ਚੋਣਾਂ ਤੋਂ ਪਹਿਲਾਂ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਡਰੋਨ ਦੇ ਖਤਰੇ ਤੋਂ ਜਾਣਕਾਰੀ ਦਿੰਦੇ ਸੀ ਤੇ ਕਈ ਵਾਰੀ ਪੋਲੀਟੀਕਲ ਪਾਰਟੀਆਂ ਕਹਿ ਦਿੰਦੀਆਂ ਸੀ ਕਿ ਚੋਣਾਂ ਤੋਂ ਪਹਿਲਾਂ ਇਹ ਧਿਆਨ ਭਟਕਾਉਣ ਦੀ ਗੱਲ ਹੈ ਕਿ ਪਾਕਿਸਤਾਨ ਤੋਂ ਡਰੋਨ ਦੇ ਖਤਰੇ ਨੇ, ਪਾਕਿਸਤਾਨ ਤੋਂ ਵਿਸਫੋਟਕ ਆ ਰਹੇ ਨੇ, ਨਸ਼ਾ ਆ ਰਹੇ ਨੇ। ਪਰ ਹੁਣ ਜਦੋਂ ਜਿਉਂਦੀ ਜਾਗਦੀ ਐਗਜ਼ਾਮਪਲ ਸਾਡੇ ਸਾਹਮਣੇ ਆ ਗਈ, ਨੌਜਵਾਨ ਫੜੇ ਹੀ ਗਏ, ਤੇ ਇਹ ਚਿੰਤਾ ਬਹੁਤ ਵੱਡੀ ਹੈ। ਇਹਦਾ ਮਤਲਬ ਹੈ ਜਿਹੜੀ ਨਸ਼ੇ ਦੀ ਸਮੱਸਿਆ ਕਿਸੇ ਸਰਕਾਰ ਤੋਂ ਕਾਬੂ ਨਹੀਂ ਹੋ ਰਹੀ, ਨਾ ਸੁਖਬੀਰ ਤੋਂ ਹੋਈ, ਨਾ ਕੈਪਟਨ ਅਮਰਿੰਦਰ ਤੋਂ ਹੋਈ, ਤੇ ਨਾ ਹੁਣ ਭਗਵੰਤ ਮਾਨ ਤੋਂ ਹੋ ਰਹੀ ਹੈ। ਇਹਦਾ ਮਤਲਬ ਹੈ ਕਿ ਜਿਹੜੇ ਡਰੋਨ ਦਾ ਨੈਟਵਰਕ ਹੈ ਇਹ ਸੱਚਮੁੱਚ ਬਹੁਤ ਵੱਡਾ ਤੇ ਖਤਰਨਾਕ ਹੈ, ਤੇ ਇਹਦੇ ਲਈ ਗੰਭੀਰਤਾ ਨਾਲ ਸੋਚਣਾ ਜ਼ਰੂਰੀ ਹੈ। ਉਹ ਵੇਲਾ ਆ ਗਿਆ। ਦੂਸਰਾ, ਭਗਵੰਤ ਮਾਨ ਕੱਲ ਲੁਧਿਆਣਾ ਪੁੱਜੇ ਸੀ। ਕੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਭਗਵੰਤ ਮਾਨ ਗਏ। ਕਈ ਤਰ੍ਹਾਂ ਦੀਆਂ ਟਿੱਪਣੀਆਂ ਭਗਵੰਤ ਮਾਨ ਨੇ ਕੀਤੀਆਂ। 2-3 ਦਿਨਾਂ ਦੇ ਭਗਵੰਤ ਮਾਨ ਬਹੁਤ ਖਿੜੇ ਨਜ਼ਰ ਆ ਰਹੇ ਨੇ, ਖੁੱਲ ਕੇ ਗੱਲ ਕਰ ਰਹੇ ਨੇ। ਕੁਝ ਸਮਾਂ ਪਹਿਲਾਂ ਥੋੜੇ ਜਿਹੇ ਉਹ ਤਣਾਅ 'ਚ ਨਜ਼ਰ ਆ ਰਹੇ ਸੀ, ਸੁਸਤ ਨਜ਼ਰ ਆ ਰਹੇ ਸੀ। ਪਰ ਮੈਂ ਕੱਲ ਉਹਨਾਂ ਦੀਆਂ ਟਿੱਪਣੀਆਂ ਵੀ ਸੁਣ ਰਿਹਾ ਸੀ, ਖਾਸ ਤੌਰ ਤੇ ਜਿਵੇਂ ਇੱਕ ਵੱਡੇ ਸਮਾਗਮ 'ਚ ਬੀਬੀ ਰਜਿੰਦਰ ਕੌਰ ਭੱਠਲ ਦੀ ਕੋਠੀ ਖਾਲੀ ਕਰਾਉਣ ਬਾਰੇ ਟਿੱਪਣੀਆਂ ਸੀ, ਜਾਂ ਪੁਰਾਣੇ ਵਿਧਾਨਕਾਰਾਂ ਦੀਆਂ ਸਿਕਿਉਰਿਟੀਆਂ ਨੂੰ ਲੈ ਕੇ ਟਿੱਪਣੀਆਂ ਸੀ। ਕਿਤੇ ਨਾ ਕਿਤੇ ਇਹਨਾਂ ਟਿੱਪਣੀਆਂ ਦੇ ਨਾਲ ਇੱਕ ਨਵੀਂ ਬਹਿਸ ਨੂੰ ਜਨਮ ਮਿਲੇਗਾ। ਸ਼ਾਇਦ ਭਗਵੰਤ ਮਾਨ ਅਤੀ ਉਤਸ਼ਾਹਿਤ ਤਾਂ ਨਹੀਂ ਹੋ ਗਏ ਕਿਤੇ, ਇਹ ਵੀ ਸਵਾਲ ਬਹੁਤ ਵੱਡਾ ਹੈ। ਸੱਤਾ ਦਾ ਸੰਤੁਲਨ ਹੋਣਾ ਵੀ ਕਹਿੰਦੇ ਬਹੁਤ ਜ਼ਰੂਰੀ ਹੈ। ਭਗਵੰਤ ਮਾਨ ਬਹੁਤ ਸੰਜੀਦਾ ਔਰ ਬਹੁਤ ਡਿਸਪਲਿਨਡ ਮੁੱਖ ਮੰਤਰੀ ਦੇ ਤੌਰ ਤੇ ਵਿਚਰ ਰਹੇ ਸੀ। ਚਲੋ, ਇਹ ਉਹਨਾਂ ਦਾ ਸੁਭਾਅ ਹੈ। ਕਈ ਵਾਰੀ ਉਹ ਹਾਸੇ ਵੀ ਪਾਉਂਦੇ ਨੇ, ਉਹ ਹਾਸਿਆਂ ਦਾ ਵੈਲਕਮ ਵੀ ਹੁੰਦਾ ਹੈ ਹਮੇਸ਼ਾ ਦੀ ਤਰ੍ਹਾਂ। ਸ਼ੁਰੂਆਤ ਮੈਂ ਫਿਰ ਡਰੋਨ ਦੀ ਘਟਨਾ ਤੋਂ ਕਰੂੰਗਾ। ਜਿਹੜੇ ਨੌਜਵਾਨ ਫੜੇ ਗਏ ਨੇ, ਇਸ਼ਾਰਾ ਪਾਕਿਸਤਾਨ ਤੋਂ ਉਹਦੇ ਵੱਲ ਗਿਆ ਜਿਹੜਾ ਨੌਜਵਾਨ ਰਿੰਦਾ। ਚਲੋ, ਉਹ ਏਜੰਸੀਆਂ ਦਾ ਕੰਮ ਹੈ ਕਿ ਹੋਰ ਕਿਹੜੇ ਬੰਦੇ ਇਨਵੋਲਵ ਸੀ, ਪਰ ਡਰੋਨ ਦਾ ਆਉਣਾ, ਨਸ਼ੇ ਦਾ ਆਉਣਾ, ਵਿਸਫੋਟਕਾਂ ਦਾ ਆਉਣਾ, ਹੁਣ ਇਹਦੇ ਲਈ ਸਾਨੂੰ ਰਣਨੀਤੀ ਬਣਾਉਣੀ ਕਿਹੋ ਜਿਹੀ ਪੈਣੀ ਹੈ, ਕਰਨਾ ਕੀ ਪੈਣਾ ਸਾਨੂੰ? ਦੇਖੋ ਡੱਲਾ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਿਹੜਾ ਇੰਟਰਨੈਸ਼ਨਲ ਬਾਰਡਰ ਤੋਂ ਸਾਨੂੰ ਹਮੇਸ਼ਾ ਹੀ ਚੌਕਸ ਰਹਿਣ ਦੀ ਲੋੜ ਆ। ਪੰਜਾਬ ਕਿਉਂਕਿ ਸਰਹੱਦੀ ਸੂਬਾ, 532 ਕਿਲੋਮੀਟਰ ਦੀ ਲਗਾਤਾਰ ਜਿੱਥੇ ਸਾਡੀ ਤਾਰ ਲੱਗੀ ਹੋਈ ਆ, ਜਿਹੜੀ ਸਾਡੀ ਫੈਂਸਿੰਗ ਆ, ਉਸ ਉੱਤੇ ਲਗਾਤਾਰ ਬਾਰਡਰ ਸਿਕਿਉਰਿਟੀ ਫੋਰਸ ਹੋਵੇ ਜਾਂ ਉਸ ਤੋਂ ਪਿੱਛੇ ਆ ਕੇ ਸਾਡੀ ਪੁਲਿਸ ਏਜੰਸੀਜ਼ ਹੋਣ ਜਾਂ ਸੈਂਟਰਲ ਏਜੰਸੀਜ਼ ਹੋਣ, ਉਹਨਾਂ ਦੀ ਲਗਾਤਾਰ ਨਜ਼ਰ ਰਹਿੰਦੀ ਹੈ। ਔਰ ਪਿੱਛੇ ਜੇ ਆਪਾਂ ਨੂੰ ਇਹ ਵੀ ਪਤਾ ਕਿ ਕਿਸ ਤਰ੍ਹਾਂ ਸੈਂਟਰ ਸਰਕਾਰ ਨੇ ਹੁਣ BSF ਦੀ ਜਿਹੜੀ ਪੈਟਰੋਲਿੰਗ ਦਾ ਦਾਇਰਾ ਉਹ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਦਾ ਵੀ ਕਰਤਾ, ਤੇ ਹੋਰ ਵੀ ਜਿਹੜੇ ਸਰਹੱਦੀ ਸੂਬੇ ਨੇ ਉਹਨਾਂ ਦੇ ਵਿੱਚ ਵੀ ਇਹ ਗੱਲ ਆਈ ਹੈ, ਚਾਹੇ ਵੈਸਟ ਬੰਗਾਲ ਆ, ਗੁਜਰਾਤ ਆ, ਰਾਜਸਥਾਨ ਆ, ਇਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਗੱਲ ਉੱਥੇ ਵੇਖਣ ਨੂੰ ਮਿਲੀ ਆ। ਦਰਅਸਲ ਤੁਹਾਡੀ ਗੱਲ ਬਿਲਕੁਲ ਠੀਕ ਆ। ਚਲੋ, ਅੱਜ ਇਹ ਜਿਹੜੀ ਪਕੜੇ ਗਏ ਨੇ 4 ਮੁੰਡੇ, ਔਰ ਉਹਨਾਂ ਤੋਂ ਪੁੱਛਗਿੱਛ ਹੋਏਗੀ, ਕਈ ਤਰ੍ਹਾਂ ਦੇ ਖੁਲਾਸੇ ਹੋਣਗੇ। ਲੇਕਿਨ ਮੈਨੂੰ ਇਹ ਵੀ ਯਾਦ ਆ ਡੱਲਾ ਜੀ ਕਿ ਜਦੋਂ ਚੋਣਾਂ ਦੇ ਦੌਰਾਨ, ਜਿਸ ਤਰ੍ਹਾਂ ਤੁਸੀਂ ਬਿਲਕੁਲ ਸਹੀ ਦਰੁਸਤ ਫਰਮਾਇਆ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਡਰੋਨਸ ਦੀ ਗੱਲ ਹੁੰਦੀ ਸੀ ਜਾਂ ਟਿਫਨ ਬੌਮਬਸ ਦੀ ਗੱਲ ਹੁੰਦੀ ਸੀ, ਤੇ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਜਾਂ ਕਈ ਡਿਸਕਸ਼ਨ ਦੇ ਵਿੱਚ ਇਹ ਵੀ ਸੁਣਨ ਨੂੰ ਮਿਲਦਾ ਸੀ ਕਿ ਨਹੀਂ, ਇਹ ਜਾਣਬੁੱਝ ਕੇ ਸ਼ਾਇਦ ਕਰਵਾਇਆ ਜਾ ਰਿਹਾ, ਧਿਆਨ ਭਟਕਾਇਆ ਜਾ ਰਿਹਾ, ਜਾਂ ਪੰਜਾਬ ਬਿਲਕੁਲ ਸ਼ਾਂਤਮਈ ਸੂਬਾ, ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਸੋ ਇਹ ਕੋਈ ਨਹੀਂ ਕਰ ਸਕਦਾ।
ਲੇਕਿਨ ਦੇਖੋ ਉਹ ਇੱਕ ਬੜਾ ਸੀਰੀਅਸ ਥ੍ਰੈਟ ਆ। ਤੁਹਾਨੂੰ ਯਾਦ ਹੋਣਾ ਹੈ ਜਿਹੜੀ ਸਾਡੀ ਫੈਂਸਿੰਗ ਲੱਗੀ ਆ, ਕਈ ਵਾਰੀ ਇਸ ਤਰ੍ਹਾਂ ਦੇ ਵੀ ਮਾਮਲੇ ਆਏ ਆ ਜੋ ਬਾਰਡਰ ਸਿਕਿਉਰਿਟੀ ਫੋਰਸ ਨੇ ਫੜੇ ਆ ਕਿ ਥੱਲੋਂ ਸੁਰੰਗਾਂ ਤੱਕ ਖੋਦੀਆਂ ਗਈਆਂ ਨੇ, ਚਾਹੇ ਉਸ ਨੂੰ ਨਸ਼ਾ ਸਾਡੇ ਵੱਲ ਜਾਂ ਸਾਡੇ ਵਾਲੇ ਪਾਸੇ ਭੇਜਣ ਦੀ ਕੋਸ਼ਿਸ਼ ਹੋਵੇ, ਚਾਹੇ ਉਹਦੇ ਰਾਹੀਂ ਕਿਸੇ ਵਿਅਕਤੀ ਨੂੰ ਭੇਜਣ ਦੀ ਕੋਸ਼ਿਸ਼ ਹੋਵੇ, ਜਾਂ ਕੋਈ ਵੀ ਚੀਜ਼ ਹੋਵੇ। ਔਰ ਬਹੁਤ ਵਾਰੀ ਫੇਕ ਕਰੰਸੀ ਨੋਟਸ ਤੋਂ ਲੈ ਕੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਫੜੀਆਂ ਜਾ ਚੁੱਕੀਆਂ ਨੇ। ਲੇਕਿਨ ਜਦੋਂ ਤੋਂ ਉਹਨਾਂ ਚੀਜ਼ਾਂ ਦਾ ਪਤਾ ਲੱਗਣ ਲੱਗਾ ਤੇ ਹੁਣ ਜਿਹੜੀ ਡਰੋਨਸ ਦੇ ਨਾਲ ਇੱਕ ਨਵੀਂ ਟੈਕਨੋਲੋਜੀ ਆ, ਕਈ ਵਾਰੀ ਜਿਹੜੀਆਂ ਡਰੋਨਸ ਇੰਨੀਆਂ ਛੋਟੀਆਂ ਹੁੰਦੀਆਂ, ਉਹਨਾਂ ਦਾ ਆਕਾਰ ਇੰਨਾ ਛੋਟਾ ਹੁੰਦਾ ਕਿ ਆਮ ਤੌਰ ਤੇ ਜਿਹੜੀਆਂ ਸਾਡੀਆਂ ਸਿਕਿਉਰਿਟੀ ਏਜੰਸੀਜ਼ ਆ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਨਹੀਂ ਆਉਂਦੀਆਂ, ਜਾਂ ਕੋਸ਼ਿਸ਼ ਉਹਨਾਂ ਦੀ ਹੁੰਦੀ ਹੈ ਕਿ ਨਜ਼ਰਾਂ ਬਚਾ ਕੇ ਜੋ ਚੀਜ਼ ਭੇਜਣੀ ਹੈ ਇੱਧਰ ਉਹ ਭੇਜੀ ਜਾ ਸਕੇ। ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈ, ਮੈਂ ਬਿਲਕੁਲ ਸਹਿਮਤ ਹਾਂ ਕਿ ਇਹ ਇੱਕ ਨਵਾਂ ਤਰੀਕਾ ਹੈ। ਵਨ ਆਫ ਦਾ ਜਿਹੜੇ ਅਟੈਂਪਟਸ ਆ ਉਹਨਾਂ ਦੀਆਂ ਬੜੇ ਅਲੱਗ-ਅਲੱਗ ਢੰਗ ਤਰੀਕੇ ਅਪਣਾਏ ਜਾਂਦੇ ਆ। ਸੋ ਉਹਨਾਂ ਚੋਂ ਇਹ ਇੱਕ ਤਰੀਕਾ ਕਿ ਡਰੋਨਸ ਰਾਹੀਂ ਇਸ ਨਵੀਂ ਟੈਕਨੋਲੋਜੀ, ਦੇਖੋ ਇੱਕ ਤਾਂ ਇਹ ਅਨਮੈਨਡ ਨੇ, ਇਹਨਾਂ ਨੂੰ ਕੌਣ ਆਪਰੇਟ ਕਰ ਰਿਹਾ, ਕਿੱਥੋਂ ਆਪਰੇਟ ਕਰ ਰਿਹਾ, ਬੜਾ ਮੁਸ਼ਕਲ ਹੁੰਦਾ, ਖਾਸ ਤੌਰ ਤੇ ਜੇ ਫਰੋਮ ਅਕ੍ਰੋਸ ਦਾ ਬਾਰਡਰ ਤੋਂ ਹੋਵੇ, ਯਾਨੀ ਕਿ ਸਰਹੱਦੋਂ ਪਾਰ ਜੇ ਆਪਰੇਟ ਕੀਤੀ ਜਾ ਰਹੀ ਹੈ ਤੇ ਉਹਨਾਂ ਤੱਕ ਪਹੁੰਚਣਾ ਬੜਾ ਮੁਸ਼ਕਲ ਹੁੰਦਾ। ਤੁਸੀਂ ਡਰੋਨ ਨੂੰ ਤਾਂ ਮਾਰ ਗਿਰਾ ਸਕਦੇ ਹੋ, ਉਹਨੂੰ ਕੈਪਚਰ ਕਰ ਸਕਦੇ ਹੋ, ਉਹਨੂੰ ਇੱਕ ਤਰ੍ਹਾਂ ਦਾ ਡਿਸਫੰਕਸ਼ਨਲ ਕਰ ਸਕਦੇ ਹੋ, ਪਰ ਉਹਨਾਂ ਤੱਕ ਪਹੁੰਚ ਕਰਨੀ ਇਹ ਬੜੀ ਔਖੀ ਹੁੰਦੀ ਹੈ। ਸੋ ਇਸ ਚੀਜ਼ਾਂ ਦੀ ਜਿਹੜੀ ਵਰਤੋਂ ਆ ਉਹ ਅਸੀਂ ਮਾਡਰਨ ਜ਼ਮਾਨੇ ਦੇ ਵਿੱਚ ਇਸ ਟੈਕਨੋਲੋਜੀ ਦੀ ਯੂਜ਼ ਦੇਖ ਰਹੇ ਹਾਂ। ਸੋ ਇਸ ਕਰਕੇ ਸਰਹੱਦਾਂ ਤੇ ਇਸ ਚੀਜ਼ ਨੂੰ ਚੌਕਸ ਰਹਿਣਾ ਪਏਗਾ। ਔਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਹੜੀਆਂ ਸਾਡੀਆਂ ਸਿਕਿਉਰਿਟੀ ਏਜੰਸੀਜ਼ ਨੇ, ਇੰਟੈਲੀਜੈਂਸ ਏਜੰਸੀਜ਼ ਨੇ, ਉਹਨਾਂ ਨੂੰ ਸਤਰਕ ਰਹਿਣ ਦੀ ਲੋੜ ਆ, ਕਿਉਂਕਿ ਜਦੋਂ ਵੀ ਥੋੜੀ ਬਹੁਤੀ, ਹੁਣ ਸਾਡੀ ਇੱਥੇ ਨਵੀਂ ਸੱਤਾ ਆਈ ਆ ਪੰਜਾਬ ਦੇ ਵਿੱਚ, ਨਵੀਂ ਸਰਕਾਰ ਆ, ਨਵੀਂ ਸਰਕਾਰ ਨੂੰ ਹਜੇ ਸਟੈਬਲਾਈਜ਼ ਕਰਨ ਨੂੰ, ਆਪਣੇ ਆਪ ਨੂੰ ਸਥਾਪਿਤ ਕਰਨ ਨੂੰ ਸਮਾਂ ਲੱਗਦਾ। ਇਹ ਟਾਈਮ ਜਿਹੜੇ ਬੜੇ ਸੈਂਸਿਟਿਵ ਹੁੰਦੇ ਆ, ਖਾਸ ਤੌਰ ਤੇ ਜਦੋਂ ਇੱਕ ਸਰਕਾਰ ਬਾਹਰ ਜਾ ਰਹੀ ਹੋਵੇ, ਇਲੈਕਸ਼ਨਾਂ ਹੋਣ, ਤੇ ਦੂਸਰੀ ਸਰਕਾਰ ਆ ਰਹੀ ਹੋਵੇ। ਇਹ ਜਿਹੜਾ ਟ੍ਰਾਂਜੀਸ਼ਨ ਪੀਰੀਅਡ ਆ ਇਹ ਬੜਾ ਸੈਂਸਿਟਿਵ ਪੀਰੀਅਡ ਹੁੰਦਾ ਕਿਸੇ ਵੀ ਬਾਰਡਰ ਸਟੇਟ ਲਈ। ਇਹੀ ਉਹ ਸਮਾਂ ਹੁੰਦਾ ਜਦੋਂ ਕਿ ਸਟੇਟ ਬੜੀ ਵਲਨਰੇਬਲ ਮੰਨੀ ਜਾਂਦੀ ਹੈ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ, ਤੇ ਇਹੀ ਉਹ ਸਮਾਂ ਹੁੰਦਾ ਜਦੋਂ ਉਹ ਜਿਹੜੇ ਐਲੀਮੈਂਟਸ ਨੇ ਜਾਂ ਜਿਹੜੇ ਦੁਸ਼ਮਣ ਹੁੰਦੇ ਨੇ ਉਹ ਸਟ੍ਰਾਈਕ ਕਰਨਾ ਮੁਨਾਸਿਬ ਸਮਝਦੇ ਆ। ਜੀ ਬਿਲਕੁਲ ਠੀਕ ਹੈ। ਦੇਖੋ ਇੱਕ ਗੱਲ ਹੋਰ ਸਾਨੂੰ ਸੋਚਣੀ ਪੈਣੀ ਹੈ ਰੰਧਾਵਾ ਜੀ, ਉਹਨਾਂ ਵਕਤਾਂ ਦੇ ਵਿੱਚ ਅਸੀਂ ਆ ਗਏ ਹਾਂ ਕਿ ਇਹ ਨੌਜਵਾਨ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ, ਪੁਲਿਸ ਦਾ ਦਾਅਵਾ ਹੈ, ਹਜੇ ਤਾਂ ਅਦਾਲਤਾਂ 'ਚ ਮਾਮਲੇ ਜਾਣਗੇ, ਕਿੰਨਾ ਕੁ ਸੱਚ ਹੈ ਇਹਨਾਂ ਦੇ ਵਿੱਚੋਂ ਗੱਲ ਬਾਅਦ 'ਚ ਸਾਹਮਣੇ ਆਏਗੀ, ਪਰ ਪੁਲਿਸ ਇਹ ਕਹਿ ਰਹੀ ਹੈ ਕਿ ਇਹਨਾਂ ਨੇ ਜਿਹੜਾ ਸਪਲਾਈ ਕਰਨਾ ਸੀ ਅਸਲਾ, ਇਹ ਦੂਜੇ ਸੂਬੇ 'ਚ ਲੈ ਕੇ ਜਾਣਾ ਸੀ, ਤੇਲੰਗਾਨਾ। ਪਹਿਲਾਂ ਵੀ ਕਹਿੰਦੇ ਇਸ ਤੋਂ ਪਹਿਲਾਂ ਇਹ 2 ਖੇਪ ਦੇ ਚੁੱਕੇ ਨੇ, ਇਹ ਜਾਂ ਇਹਨਾਂ ਦੇ ਸਾਥੀ। ਇਹਦਾ ਮਤਲਬ ਹੈ ਕਿ ਇਹ ਮੰਨ ਲਿਆ ਜਾਵੇ ਕਿ ਇੱਕ ਜੰਮੂ ਕਸ਼ਮੀਰ ਤਾਂ ਹੈ ਜਿੱਥੋਂ ਹਥਿਆਰ, ਗੋਲੀ, ਸਿੱਕਾ ਦਹਿਸ਼ਤਗਰਦ ਦੇਸ਼ ਦੇ ਦੂਜੇ ਹਿੱਸਿਆਂ 'ਚ ਭੇਜਦੇ ਹੈ, ਕਿ ਇਹ ਮੰਨ ਲਿਆ ਜਾਵੇ ਕਿ ਪੰਜਾਬ ਵੀ ਇੱਕ ਪਾਰਟ ਆਫ ਸਪਲਾਈ ਚੇਨ ਬਣ ਗਿਆ, ਕਿ ਉਧਰੋਂ ਡਰੋਨ ਦੇ ਜ਼ਰੀਏ ਪੰਜਾਬ 'ਚ ਕੋਈ ਵੀ ਚੀਜ਼ ਭੇਜੋ ਤੇ ਫਿਰ ਪੰਜਾਬ 'ਚੋਂ ਬੇਰੁਜ਼ਗਾਰ ਮੁੰਡਿਆਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਜੋੜੋ ਤੇ ਦੇਸ਼ 'ਚ ਕਿਤੇ ਵੀ ਇਸ ਤਰੀਕੇ ਦੀ ਐਕਟੀਵਿਟੀ ਕਰੋ। ਤੇ ਜਿਹੜੀ ਪਿਛਲੇ ਦਿਨਾਂ 'ਚ ਪੰਜਾਬ ਦੇ ਗਵਰਨਰ ਦੀ ਫੇਰੀ ਸੀ, ਉਹਦੇ ਤੇ ਸਾਡੀਆਂ ਵਿਰੋਧੀ ਪਾਰਟੀਆਂ ਨੇ, ਪੰਜਾਬ ਵਾਲੀਆਂ ਨੇ, ਸਵਾਲ ਇਸ ਗੱਲ ਤੋਂ ਚੱਕੇ ਸੀ ਕਿ ਜੀ ਭਾਰਤੀ ਜਨਤਾ ਪਾਰਟੀ, ਕੇਂਦਰ ਦੀ ਸਰਕਾਰ ਗਵਰਨਰ ਦੇ ਜ਼ਰੀਏ ਪੰਜਾਬ 'ਚ ਆਪਣਾ ਰੂਲ ਲੱਭ ਰਹੀ ਹੈ, ਆਪਣਾ ਸ਼ਾਸਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਉਦੋਂ ਉਹ ਬਾਰ-ਬਾਰ ਇਹੀ ਗੱਲ ਕਹਿ ਰਹੇ ਸੀ ਕਿ ਕਿਤੇ ਨਾ ਕਿਤੇ ਸਿਕਿਉਰਿਟੀ ਦੇ ਇਸ਼ੂ ਨੇ, ਬਹੁਤ ਵੱਡਾ ਥ੍ਰੈਟ ਹੈ ਸਰਹੱਦ ਪਾਰ ਤੋਂ। ਦੇਖੋ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਨੇ, ਇਹ ਗੱਲ ਤਾਂ ਸਾਨੂੰ ਮੰਨਣੀ ਪਊਗੀ, ਜਿਵੇਂ ਸਵੇਰੇ 4 ਵਜੇ ਉਹਨਾਂ ਨੂੰ ਫੜਿਆ ਗਿਆ, ਸਾਡੀ ਕੇਂਦਰ ਸਰਕਾਰ ਕੋਲੇ ਜਾਂ ਸੈਂਟਰਲ ਏਜੰਸੀਜ਼ ਕੋਲੇ ਇਨਪੁਟ ਸੀ। ਇਹਦਾ ਮਤਲਬ ਹੈ ਜਿਹੜੀਆਂ ਸਾਡੀਆਂ ਵੱਡੀਆਂ ਏਜੰਸੀਜ਼ ਨੇ, ਸਿਕਿਉਰਿਟੀ ਏਜੰਸੀਜ਼ ਨੇ, ਉਹ ਵਿਜਿਲ ਨੇ, ਉਹ ਬੜੀਆਂ ਐਕਟਿਵ ਨੇ, ਔਰ ਉਹ ਲਗਾਤਾਰ ਕਰਦੀਆਂ ਨੇ ਬਾਰਡਰ ਪਾਰ ਤੋਂ ਕਿ ਕਿਸ ਤਰ੍ਹਾਂ ਦੇ ਥ੍ਰੈਟ ਨੇ, ਔਰ ਤਾਂ ਹੀ ਉਹਨਾਂ ਨੇ ਇਸ ਕੇਸ ਨੂੰ ਡਿਟੈਕਟ ਕੀਤਾ। ਹੁਣ ਅਜਿਹੀਆਂ ਸਥਿਤੀਆਂ ਦੇ ਵਿੱਚ ਜੇ ਕੁਝ ਦਿਨ ਪਹਿਲਾਂ ਪੰਜਾਬ ਦੇ ਗਵਰਨਰ ਦੇ ਦੌਰੇ ਹੋਏ ਨੇ, ਕਿ ਅਸੀਂ ਮੰਨ ਲਈਏ ਕਿ ਉਹ ਸ਼ੁੱਧ ਬੀਜੇਪੀ ਦੀ ਇਹ ਕੋਸ਼ਿਸ਼ ਨਹੀਂ ਸੀ ਕਿ ਉਹ ਪੰਜਾਬ 'ਚ ਆਪਣਾ ਸ਼ਾਸਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਅਸਲ 'ਚ ਸਾਡੀਆਂ ਕੇਂਦਰੀ ਏਜੰਸੀਆਂ ਦੀ ਇਨਪੁਟ ਹੋਏ ਪੰਜਾਬ ਦੇ ਗਵਰਨਰ ਨੂੰ ਵੀ, ਔਰ ਇਸੇ ਕਰਕੇ ਉਹਨਾਂ ਨੇ ਰਿਪੋਰਟ ਬਣਾ ਕੇ ਵੀ ਹੋਮ ਮਿਨਿਸਟਰੀ ਨੂੰ ਭੇਜੀ ਕੇਂਦਰ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ। ਨਸ਼ਾ ਵੀ ਹੈ, ਨਸ਼ਾ ਦੇਖੋ ਇੱਕ ਤਾਂ ਐਕਸਪਲੋਸਿਵ ਨੇ, ਮੈਂ ਕਹਿੰਦਾ ਨਸ਼ਾ ਉਹ ਐਕਸਪਲੋਸਿਵ ਹੈ ਜਿਹੜਾ ਰੋਜ਼ ਸਾਡੇ ਮੁੰਡੇ ਬਰਬਾਦ ਕਰ ਰਹੇ, ਹਰ ਰੋਜ਼
ਇਹ ਐਕਸਪਲੋਸਿਵ ਤਾਂ ਜਦੋਂ ਫਟਣਗੇ ਉਦੋਂ ਜਾਨਾਂ ਲੈਣਗੇ। ਨਸ਼ਾ ਤਾਂ ਰੋਜ਼ ਬਰਬਾਦ ਕਰ ਰਿਹਾ ਸਾਡੀ ਜਵਾਨੀ, ਇਲੀਗਲ ਨਸ਼ਾ ਜਿਹੜਾ ਸਰਹੱਦ ਪਾਰ ਤੋਂ ਆਉਂਦਾ। ਦੇਖੋ ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਪਊਗਾ ਕਿ ਜਿਹੜੀ ਆਪਾਂ ਪੰਜਾਬ ਦੇ ਗਵਰਨਰ ਦੀ ਗੱਲ ਕਰ ਰਹੇ ਹਾਂ, ਬਨਵਾਰੀ ਲਾਲ ਪੁਰੋਹਿਤ ਦੀ, ਜਿਹੜੇ ਤੁਸੀਂ ਦੌਰੇ ਦੀ ਗੱਲ ਕਰਦੇ ਹੋ, ਜਿਹੜਾ ਉਹਨਾਂ ਨੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕੀਤਾ ਸੀ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਗਵਰਨਰ ਦਾ, ਕਿਸੇ ਵੀ ਗਵਰਨਰ ਦਾ ਇਹ ਰੋਲ ਹੁੰਦਾ ਕਿ ਉਹ ਕਿਸੇ ਵੀ ਖੇਤਰ ਦੇ ਵਿੱਚ ਜਾ ਕੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਆਪ ਦੇਖੇ। ਇਹ ਉਹਨਾਂ ਦਾ ਮੈਂਡੇਟ ਹੀ ਨਹੀਂ ਹੈ। ਮੈਂਡੇਟ ਹੈਗਾ ਪੰਜਾਬ ਦੇ ਮੁੱਖ ਮੰਤਰੀ ਦਾ। ਜਿਹੜਾ ਲਾਅ ਐਂਡ ਆਰਡਰ ਆ ਉਹ ਸਟੇਟ ਸਬਜੈਕਟ ਆ, ਔਰ ਸਟੇਟ ਦੀਆਂ ਏਜੰਸੀਜ਼ ਹੁੰਦੀਆਂ ਉਹ ਸੈਂਟਰਲ ਦੀਆਂ ਏਜੰਸੀਜ਼ ਦੇ ਨਾਲ ਕੋਆਰਡੀਨੇਟ ਕਰਕੇ ਲਾਅ ਐਂਡ ਆਰਡਰ ਨੂੰ ਸਮਝਦੇ ਆ। ਤੇ ਜੇ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਕੋਈ ਸੂਬਾ ਜਾਂ ਸਰਹੱਦੀ ਸੂਬਾ, ਉਹਦਾ ਜਿਹੜਾ ਸਾਰਾ ਦਾਰੋਮਦਾਰ ਹੁੰਦਾ ਸੈਂਟਰਲ ਏਜੰਸੀ ਦਾ, ਉਹ MHA ਦੇਖਦੀ ਆ, ਮਿਨਿਸਟਰੀ ਆਫ ਹੋਮ ਅਫੇਅਰਸ ਦੇਖਦੀ ਆ। ਤੇ ਮਿਨਿਸਟਰੀ ਆਫ ਹੋਮ ਅਫੇਅਰਸ ਦੀਆਂ ਏਜੰਸੀਜ਼ ਦਾ ਜਿਹੜਾ ਡਾਇਰੈਕਟ ਕੋਆਰਡੀਨੇਸ਼ਨ ਹੁੰਦੀ ਆ ਉਹ ਸੈਂਟਰਲ ਏਜੰਸੀਜ਼ ਨਾਲ ਹੁੰਦੀ ਆ। ਸੋ ਗਵਰਨਰ ਦਾ ਰੋਲ ਇੱਥੇ ਕਿਤੇ ਵੀ ਨਹੀਂ ਆਉਂਦਾ। ਗਵਰਨਰ ਬਾਰੇ ਇਸੇ ਕਰਕੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਸੀ ਕਿ ਜਿਸ ਤਰ੍ਹਾਂ ਦੀ ਉਹ ਐਕਟਿਵਨੈਸ ਦਿਖਾ ਰਹੇ ਸੀ, ਜਿਸ ਤਰ੍ਹਾਂ ਦੀ ਉਹ ਸਰਗਰਮੀਆਂ ਦਿਖਾ ਰਹੇ ਸੀ, ਕਿਤੇ ਨਾ ਕਿਤੇ ਲੱਗਦਾ ਸੀ ਕਿ ਉਹ ਇੱਕ ਤਰ੍ਹਾਂ ਦਾ ਦਖਲ ਦੇਣ ਦੀ ਕੋਸ਼ਿਸ਼ ਕਰਦੇ ਆ। ਗਵਰਨਰ ਨੇ ਕਿਸੇ ਤੋਂ ਰਿਪੋਰਟ ਨਹੀਂ ਲੈਣੀ ਹੁੰਦੀ। ਗਵਰਨਰ ਨੇ ਜਾ ਕੇ ਇਹ ਪ੍ਰੈਸ ਕਾਨਫਰੰਸਿਸ ਨਹੀਂ ਕਰਨੀਆਂ ਹੁੰਦੀਆਂ ਕਿ ਤੁਸੀਂ ਸਾਨੂੰ ਦੱਸੋ ਅਸੀਂ ਅੱਗੇ ਪਹੁੰਚਾਵਾਂਗੇ। ਇਹ ਗੱਲ ਜਿਹੜਾ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਠੀਕ ਵੀ ਨਹੀਂ ਆ। ਔਰ ਇਹ ਗੱਲ ਬਾਅਦ ਦੇ ਵਿੱਚ, ਇਹ ਗੱਲ ਬਾਅਦ ਦੇ ਵਿੱਚ ਮੁੱਖ ਮੰਤਰੀ ਨੂੰ ਵੀ ਪਤਾ ਲੱਗੀ ਹੋਏਗੀ, ਪੰਜਾਬ ਗਵਰਨਰ ਤੱਕ ਵੀ ਪਹੁੰਚੀ ਹੋਏਗੀ ਤੇ ਸੈਂਟਰ ਨੂੰ ਵੀ ਪਤਾ ਲੱਗਾ ਹੋਏਗਾ, ਕਿਉਂਕਿ ਇਸ ਦੇ ਨਾਲ ਆਪਸ ਦੇ ਵਿੱਚ ਜਿਹੜੇ ਸੰਬੰਧ ਵੀ ਆ ਉਹ ਵੀ ਖਰਾਬ ਹੋਣ ਦੇ ਖਦਸ਼ੇ ਰਹਿੰਦੇ ਨੇ। ਤੇ ਦੂਸਰਾ, ਕਨਸਟੀਟਿਊਸ਼ਨਲੀ ਵੀ ਇੱਕ ਜਿਹੜੀ ਫੰਕਸ਼ਨਿੰਗ ਆ ਸਟੇਟ ਦੀ ਉਹ ਡਿਸਟਰਬ ਹੁੰਦੀ ਆ। ਜਿਸ ਤੱਕ ਸੈਂਟਰ ਤੁਸੀਂ ਇਹ ਵੀ ਤੁਸੀਂ ਬੜੀ ਵੱਡੀ ਗੱਲ ਕਹੀ ਕਿ ਕਨਸਟੀਟਿਊਸ਼ਨਲੀ ਵੀ ਫੰਕਸ਼ਨਿੰਗ ਜਿਹੜੀ ਸਟੇਟ ਦੀ ਆ ਉਹ ਡਿਸਟਰਬ ਹੁੰਦੀ ਹੈ। ਐਕਚੁਅਲੀ ਮੈਨੂੰ ਲੱਗਦਾ ਇਸ ਡਿਸਟਰਬੈਂਸ ਨੂੰ ਸਾਡਾ ਪੋਲੀਟੀਕਲ ਸਿਸਟਮ ਹੁਣ ਸੀਰੀਅਸਲੀ ਨਹੀਂ ਲੈਂਦਾ, ਕਿਉਂਕਿ ਇਲਜ਼ਾਮ ਆਮ ਆਦਮੀ ਪਾਰਟੀ ਦੇ ਵੀ ਬਾਰ-ਬਾਰ ਲੱਗ ਰਹੇ ਨੇ ਵੀ ਇਹਨਾਂ ਨੇ ਸਮਝੌਤਾ ਕਰ ਲਿਆ ਦਿੱਲੀ ਨਾਲ, ਉਹ ਕਨਸਟੀਟਿਊਸ਼ਨਲੀ ਉਹ ਪ੍ਰੋਵੀਜ਼ਨਸ ਨਹੀਂ ਸੀ। ਸੋ ਅਗਰ ਗਵਰਨਰ ਪੰਜਾਬ ਦੇ ਜਾ ਆਏ, ਕਨਸਟੀਟਿਊਸ਼ਨ ਦੇ ਪੁਆਇੰਟ ਆਫ ਵਿਊ ਨਾਲ ਸਾਰੇ ਐਕਸਪਰਟ ਕਹਿੰਦੇ ਨੇ ਵੀ ਉਹ ਜ਼ਿਆਦਾ ਮਾਫਕ ਨਹੀਂ ਸੀ, ਪਰ ਹੁਣ ਮੈਮੋਰੰਡਮ ਵੀ ਸਾਰੇ ਦੇ ਰਹੇ ਨੇ। ਅਕਾਲੀ ਦਲ ਵਾਲੇ ਵੀ ਕੱਲ ਮੈਮੋਰੰਡਮ ਦੇ ਕੇ ਆਏ ਕਿ ਜਿਹੜਾ ਨੌਲੇਜ ਸ਼ੇਅਰਿੰਗ ਸਮਝੌਤਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਨਾਲ ਹੋਇਆ ਉਹ ਕਨਸਟੀਟਿਊਸ਼ਨਲੀ ਗਲਤ ਹੈ। ਕਾਂਗਰਸੀ ਵੀ ਦੇ ਕੇ ਆਏ, ਪਹਿਲਾਂ ਨਵਜੋਤ ਸਿੰਘ ਸਿੱਧੂ ਵੀ ਦੇ ਕੇ ਆਏ। ਸੋ ਠੀਕ ਹੈ, ਕਨਸਟੀਟਿਊਸ਼ਨ ਦੀ ਭਾਵਨਾ ਦਾ ਤਾਂ ਸਤਿਕਾਰ ਹੋਣਾ ਚਾਹੀਦਾ ਹੈ। ਮੈਨੂੰ ਇਹ ਲੱਗਦਾ ਕਿ ਉਦੋਂ ਕੇਂਦਰ ਦੀ ਸਰਕਾਰ ਨੇ, ਕਿਉਂਕਿ ਗਵਰਨਰ ਅਗਰ ਗਏ ਨੇ ਤੇ ਹੋ ਸਕਦਾ ਗਵਰਨਰ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੋਵੇ, ਜਾਂ ਹੋ ਸਕਦਾ ਕੇਂਦਰ ਦੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਹੋਮ ਮਿਨਿਸਟਰੀ ਆ ਉਹਨਾਂ ਵੱਲੋਂ ਵੀ ਕੋਈ ਉਹਨਾਂ ਨੂੰ ਸੁਜੈਸ਼ਨਸ ਹੋਣ, ਉਹਦੇ ਆਧਾਰ ਦੇ ਉੱਤੇ ਉਹ ਗਏ ਹੋਣ। ਕਿਉਂਕਿ ਨਵੀਂ ਸਰਕਾਰ ਪੰਜਾਬ 'ਚ ਬਣੀ ਸੀ, ਹੋ ਸਕਦਾ ਕੇਂਦਰ ਦੀ ਸਰਕਾਰ ਦੀ ਇਹ ਚਿੰਤਾ ਹੋਵੇ ਕਿ ਨਵੀਂ ਸਰਕਾਰ ਆਈ ਹੈ, ਕਿਤੇ ਸਰਹੱਦ ਪਾਰ ਤੋਂ ਕੋਈ ਅਜਿਹੀ ਘਟਨਾ ਨਾ ਵਾਪਰੇ, ਜਾਂ ਅਚਾਨਕ ਹੀ ਜਿਹੜੀ ਇਲੀਗਲ ਡਿਸਟ੍ਰੀਬਿਊਸ਼ਨ ਹੈ ਸਰਹੱਦ ਪਾਰ ਤੋਂ ਜ਼ਿਆਦਾ ਨਾ ਵੱਧ ਜੇ। ਇਹ ਵੀ ਇੱਕ ਪੁਆਇੰਟ ਚਿੰਤਾ ਦੀ ਹੋ ਸਕਦੀ ਹੈ। ਹਾਂਜੀ, ਤੁਸੀਂ ਕੀ ਕਹਿਣਾ ਚਾਹ ਰਹੇ ਸੀ? ਦੇਖੋ ਡੱਲਾ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕੇਂਦਰ ਸਮੇਂ-ਸਮੇਂ ਸਿਰ, ਚਾਹੇ ਉਹ ਵੈਸਟ ਬੰਗਾਲ ਹੋਵੇ ਚਾਹੇ ਹੋਰ ਸੂਬਿਆਂ ਦੇ ਵਿੱਚ, ਅਕਸਰ ਦਖਲ ਅੰਦਾਜ਼ੀ ਕਰਦਾ। ਔਰ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਮਮਤਾ ਬੈਨਰਜੀ ਦੀ ਸਰਕਾਰ 3 ਟਰਮਸ ਉੱਥੇ ਪੂਰੀਆਂ ਕਰ ਚੁੱਕੀ ਹੈ। ਔਰ ਉੱਥੋਂ ਦੇ ਜਿਹੜੇ ਗਵਰਨਰ ਨੇ, ਜਿਸ ਤਰ੍ਹਾਂ ਜਗਦੀਪ ਧਨਕਰ ਦੀ ਮੈਂ ਗੱਲ ਕਰ ਰਿਹਾ, ਉਹ ਅਕਸਰ ਦੌਰੇ ਕਰਨ ਲੱਗ ਗਏ ਸੀ। ਜਿੱਥੇ ਥੋੜੀ ਬਹੁਤੀ ਕੋਈ ਹਿੰਸਾ ਹੁੰਦੀ ਸੀ ਜਾਂ ਉਹਨਾਂ ਨੂੰ ਲੱਗਦਾ ਸੀ, ਉੱਥੇ ਦੌਰੇ ਕਰਦੇ ਸੀ। ਇਸ ਗੱਲ ਦਾ ਮਮਤਾ ਬੈਨਰਜੀ ਦੀ ਸਰਕਾਰ ਨੇ ਬੜਾ ਬੁਰਾ ਬਣਾਇਆ ਸੀ। ਉਹਨਾਂ ਨੇ ਇੱਥੋਂ ਤੱਕ ਕਿ ਉਹਨਾਂ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਉਹਨਾਂ ਨੂੰ ਹਟਾ ਦਿੱਤਾ ਸੀ, ਔਰ ਇੱਥੋਂ ਤੱਕ ਕਹਿਤਾ ਸੀ ਕਿ ਸੈਂਟਰ ਨੂੰ ਚਿੱਠੀਆਂ ਲਿਖਤੀਆਂ ਸੀ ਕਿ ਇਹਨਾਂ ਨੂੰ ਵਾਪਸ ਕਰ ਲਓ, ਇਹਨਾਂ ਨੂੰ ਰੀਕਾਲ ਕਰ ਲਓ, ਜਾਂ ਅਸੀਂ ਸਟੇਟ ਅਸੈਂਬਲੀ ਦੇ ਵਿੱਚ ਉਹਨਾਂ ਦੇ ਖਿਲਾਫ ਮਤਾ ਲੈ ਕੇ ਆਵਾਂਗੇ। ਦੇਖੋ, ਕਨਸਟੀਟਿਊਸ਼ਨ ਹੈਡ ਨੇ ਗਵਰਨਰ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਰਾਸ਼ਟਰਪਤੀ ਤੇ ਉਹ ਨੁਮਾਇੰਦੇ ਨੇ, ਕੇਂਦਰ ਸਰਕਾਰ ਦੇ ਨੁਮਾਇੰਦੇ ਨੇ, ਲੇਕਿਨ ਇਸ ਸੰਵਿਧਾਨ ਦੇ ਵਿੱਚ ਰਹਿ ਕੇ ਜਿਹੜੀਆਂ ਉਹਨਾਂ ਦੀਆਂ ਪਾਵਰਸ ਆ ਉਹ ਕਾਉਂਸਲ ਆਫ ਮਿਨਿਸਟਰਸ ਤੋਂ ਡਰਾ ਕਰਦੇ ਨੇ। ਜੋ ਕਾਉਂਸਲ ਆਫ ਮਿਨਿਸਟਰ ਕਹਿਣਗੇ, ਆਪਾਂ ਨੂੰ ਪਤਾ ਡੱਲਾ ਜੀ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਵੀ ਗਵਰਨਰ ਜਾਂਦੇ ਨੇ ਤੇ ਜੋ ਇਨ ਬਿਨ ਸਰਕਾਰ ਨੇ ਲਿਖਿਆ ਹੁੰਦਾ, ਸਪੀਚ ਲਿਖੀ ਹੁੰਦੀ ਹੈ, ਇੱਕ ਸ਼ਬਦ ਉਹੀ ਉਹਨਾਂ ਨੇ ਪੜ੍ਹਨਾ ਹੁੰਦਾ, ਆਪਣੇ ਕੋਲੋਂ ਕੁਝ ਨਹੀਂ ਕਰ ਸਕਦੇ ਉਹ। ਸੋ ਇਹ ਗੱਲ ਸਾਨੂੰ ਸਮਝਣੀ ਬਹੁਤ ਜ਼ਰੂਰੀ ਹੈ। ਸੋ ਉਸ ਸੰਦਰਭ ਦੇ ਵਿੱਚ ਸਾਨੂੰ ਦੇਖਣਾ ਪਏਗਾ ਕਈ ਵਾਰ ਕਿ ਸਰਕਾਰਾਂ ਜਿਹੜੀਆਂ ਕੇਂਦਰ ਸਰਕਾਰਾਂ ਹੁੰਦਾ, ਇਹ ਚਲਾਕੀ ਕਰਦੀਆਂ ਨੇ ਇਸ ਬਿਨਾਂ ਤੇ, ਕਿਉਂਕਿ ਇਹ ਜਿਹੜਾ ਦਾਰੋਮਦਾਰ ਆ ਉਹ ਸਾਰਾ ਜਿਹੜੀ ਆ ਉਹ ਸੂਬੇ ਦੀ ਸਰਕਾਰ ਦਾ ਹੁੰਦਾ। ਤੁਸੀਂ ਉਹਨਾਂ ਨੂੰ ਦੱਸੋ, ਗਵਰਨਰ ਬੁਲਾ ਕੇ ਜਾਂ ਆਪਣੇ ਟੈਲੀਫੋਨ ਰਾਹੀਂ ਜਾਂ ਕਿਸੇ ਵੀ ਕਮਿਊਨੀਕੇਸ਼ਨ ਰਾਹੀਂ ਮੁੱਖ ਮੰਤਰੀ ਨੂੰ ਸੂਚਿਤ ਕਰ ਸਕਦੇ ਨੇ, ਪਰ ਜੇ ਆਪਣੀਆਂ ਉਹਨਾਂ ਦੀਆਂ ਸਰਗਰਮੀਆਂ ਵੱਧ ਜਾਣਗੀਆਂ, ਕਿਉਂਕਿ ਉਹਨਾਂ ਕੋਲੇ ਐਗਜ਼ੈਕਟਿਵ ਪਾਵਰਸ ਨਹੀਂ ਹੈਗੀਆਂ ਉਸ ਤਰ੍ਹਾਂ ਦੀਆਂ। ਕੀ ਡੱਲਾ ਜੀ? ਅੱਛਾ, ਜਿਹੜੀ ਕੱਲ ਦੀ ਘਟਨਾ ਸੀ, ਜਿਹੜੇ ਇਹ ਨੌਜਵਾਨ ਫੜੇ ਗਏ ਨੇ ਹਰਿਆਣੇ 'ਚ ਜਾ ਕੇ, ਕੀ ਇਹ ਪੰਜਾਬ 'ਚ ਨਹੀਂ ਸੀ ਫੜੇ ਜਾ ਸਕਦੇ?
ਸਵਾਲ ਇਹ ਹੈ ਇਹਦੇ ਪਿੱਛੇ, ਠੀਕ ਹੈ ਸੈਂਟਰਲ ਏਜੰਸੀਜ਼ ਕੋਲੇ ਇਨਪੁਟ ਸੀ, ਬਾਅਦ ਦੇ ਵਿੱਚ ਗੱਲਾਂ ਇਹ ਵੀ ਆਈਆਂ ਕਿ ਪੰਜਾਬ ਦੀ ਤੇ ਹਰਿਆਣੇ ਦੀ ਤੇ ਸਾਰੀਆਂ ਪੁਲਿਸ ਫੋਰਸਿਸ ਇਕੱਠੀਆਂ ਸੀ, ਪਰ ਕੀ ਜਿਹੜੀਆਂ ਸਟੇਟ ਦੀਆਂ ਏਜੰਸੀਜ਼ ਨੇ ਉਹ ਆਪਣੇ ਲੈਵਲ ਤੇ ਇਨੀਸ਼ੀਏਟਿਵ ਲੈ ਕੇ ਪੰਜਾਬ 'ਚ ਨਹੀਂ ਸੀ ਗ੍ਰਿਫਤਾਰੀਆਂ ਕਰ ਸਕਦੀਆਂ? ਡੱਲਾ ਜੀ, ਇਹ ਬੜਾ ਸਪੈਕੂਲੇਟਿਵ ਜਿਹਾ ਹੋ ਜਾਏਗਾ ਕਿ ਕੌਣ ਜੀ ਕਿੱਥੇ ਗ੍ਰਿਫਤਾਰੀ ਕਰਦਾ, ਕਿਉਂਕਿ ਏਜੰਸੀ ਨੇ ਕੋਆਰਡੀਨੇਟ ਕਰਕੇ ਦੇਖਣਾ ਹੁੰਦਾ ਕਿ ਉਹਨਾਂ ਲਈ ਬੈਸਟ ਸੁਟੇਬਲ ਟਾਈਮ ਕਿਹੜਾ, ਉਹਨਾਂ ਲਈ ਜੀ ਬੈਸਟ ਸੁਟੇਬਲ ਪਲੇਸ ਕਿਹੜੀ, ਜਗ੍ਹਾ ਕਿਹੜੀ ਹੈ ਜਿੱਥੇ ਉਹ ਵਿਦਆਊਟ ਟਰੈਪ ਕਿਸੇ ਨਹੀਂ। ਹਿੰਡਰੈਂਸ ਤੋਂ, ਕਿਸੇ ਰੁਕਾਵਟ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਸਕਣ। ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਦੇਖੀਆਂ ਜਾਂਦੀਆਂ ਨੇ, ਜੋ ਹਾਲਾਤ ਬਿਲਕੁਲ ਅਨੁਕੂਲ ਹੁੰਦੇ ਨੇ ਉਸ ਤਰ੍ਹਾਂ ਬਣਦੇ ਨੇ ਤੇ ਫਿਰ ਉਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ। ਤੁਸੀਂ ਦੇਖਿਆ ਹੋਣਾ ਅਕਸਰ ਬਹੁਤ ਸਾਰੀਆਂ ਗ੍ਰਿਫਤਾਰੀਆਂ ਲਗਾਤਾਰ ਇਹਨਾਂ ਲੋਕਾਂ ਦਾ ਪਿੱਛਾ ਕੀਤਾ ਜਾਂਦਾ, ਉਹਨਾਂ ਦੀਆਂ ਇੰਟੈਲੀਜੈਂਸ ਇਨਪੁਟਸ ਗੈਦਰ ਕੀਤੀਆਂ ਜਾਂਦੀਆਂ। ਇਹ ਵੀ ਦੇਖਿਆ ਜਾਂਦਾ ਕਿ ਇਹਨਾਂ ਉੱਤੇ ਕੋਈ ਹੋਰ ਤਾਂ ਨਹੀਂ ਕੋਈ ਏਜੰਸੀ ਨਜ਼ਰ ਰੱਖ ਰਹੀ, ਜਾਂ ਇਹਨਾਂ ਦੇ ਆਪਣੇ ਜਿਹੜੇ ਆ ਕੋਈ ਇਸ ਤਰ੍ਹਾਂ ਦੇ ਜਿਹੜੇ ਕੋਈ ਸੈਲਸ ਨੇ ਉਹ ਤਾਂ ਨਹੀਂ ਇਹਨਾਂ ਤੇ ਨਜ਼ਰ ਰੱਖ ਰਹੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਫਿਰ ਉਸ ਤੋਂ ਬਾਅਦ ਆਮ ਤੌਰ ਤੇ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਆ ਉਹ ਫਾਈਨਲ ਜਿਹੜੇ ਆ ਟਰੈਪ ਕਰਦੀਆਂ ਨੇ, ਫਾਈਨਲੀ ਫੜਦੀਆਂ ਨੇ। ਸੋ ਇਹਦੇ ਵਿੱਚ ਪਿੱਛੇ ਕਿਵੇਂ ਹੋਇਆ ਹੋਏਗਾ, ਕਿਸ ਤਰ੍ਹਾਂ ਦੀ ਵਿਉਂਤ ਬਣੀ ਹੋਏਗੀ, ਰਣਨੀਤੀ ਬਣੀ ਹੋਏਗੀ, ਇਸ ਦਾ ਜ਼ਿਆਦਾ ਜਿਹੜਾ ਆਨਸਰ ਆ ਜਾਂ ਜਵਾਬ ਆ ਉਹ ਤਾਂ ਖੈਰ ਏਜੰਸੀਜ਼ ਦੇ ਸਕਦੀਆਂ। ਪਰ ਮੈਨੂੰ ਜੀ ਲੱਗਦਾ ਕਿ ਇਹ ਜ਼ਿਆਦਾ ਜ਼ਰੂਰੀ ਹੈ, ਚਾਹੇ ਉਹ ਕਿਸੇ ਵੀ ਹਿੱਸੇ ਵਿੱਚੋਂ ਫੜੇ ਗਏ ਹੋਣ, ਕਿ ਅਗਰ ਉਹ ਕੈਪਚਰ ਹੋਏ ਆ, ਉਹਨਾਂ ਤੋਂ ਸਾਰੀ ਜਾਣਕਾਰੀ ਮਿਲ ਰਹੀ ਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਡੱਲਾ ਜੀ ਸਾਨੂੰ ਜ਼ਿਆਦਾ ਖੁਲਾਸੇ ਉਹਨਾਂ ਤੋਂ ਪ੍ਰਾਪਤ ਹੁੰਦੇ ਨੇ, ਜਿਸ ਕਰਕੇ ਆਪਣੀ ਸਿਕਿਉਰਿਟੀ ਆ ਉਹ ਹੋਰ ਅਸੀਂ ਗੇਅਰ ਅਪ ਕਰ ਸਕਦੇ ਆ, ਉਸ ਨੂੰ ਹੋਰ ਸਟੈਪ ਅਪ ਕਰ ਸਕਦੇ ਆ। ਇਹ ਇੱਕ ਬਹੁਤ ਵਧੀਆ ਗੱਲ ਪਏਗੀ ਜੀ। ਬਿਲਕੁਲ ਠੀਕ ਹੈ ਜੀ। ਹੁਣ ਇਹ ਸਟੇਟ ਗਵਰਨਮੈਂਟ ਦੇ ਲਈ ਇੱਕ ਬਹੁਤ ਵੱਡਾ ਸਬਜੈਕਟ ਸਾਡੀ ਇੰਟਰਨਲ ਸਿਕਿਉਰਿਟੀ ਨੂੰ ਜੋੜ ਕੇ ਵੀ ਹੋ ਗਿਆ। ਹਾਲਾਂਕਿ BSF ਜਦੋਂ 50 ਕਿਲੋਮੀਟਰ ਦੇ ਦਾਇਰੇ 'ਚ ਕੀਤੀ ਗਈ, ਪੋਲੀਟੀਕਲ ਪਾਰਟੀਆਂ ਨੇ ਕਾਫੀ ਜ਼ਿਆਦਾ ਵਿਰੋਧ ਕੀਤਾ, ਪਰ ਮੈਂ ਅੱਜ ਤੱਕ ਵੀ ਮਹਿਸੂਸ ਕਰਦਾ BSF ਦਾ ਦਾਇਰਾ 50 ਕਿਲੋਮੀਟਰ ਵਧਾਉਣ ਦੇ ਬਾਵਜੂਦ ਵੀ ਪੰਜਾਬ 'ਚ ਕੋਈ ਸਾਨੂੰ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਜਿੱਥੇ ਲੱਗਦਾ ਹੋਵੇ ਕਿ BSF ਨੇ ਆਪਣੇ ਅਧਿਕਾਰ ਖੇਤਰ ਦੀ ਕਿਤੇ ਕੋਈ ਦੁਰਵਰਤੋਂ ਕੀਤੀ ਹੋਵੇ। ਸੋ BSF ਦੇ ਵਿੱਚ ਵੀ ਸਾਡੇ ਪੰਜਾਬ ਦੇ ਜਵਾਨ ਵੀ ਨੇ, ਫੌਜ ਕੋਈ ਵੀ ਹੋਵੇ, BSF ਹੋਵੇ, ਸਾਡੀ ਆਰਮੀ ਹੋਵੇ, ਸਾਡੇ ਹੋਮ ਗਾਰਡਸ ਹੋਣ ਜਾਂ ਸਾਡੀ ਪੰਜਾਬ ਪੁਲਿਸ ਹੋਵੇ, ਸਾਰੇ ਹੀ ਸਾਡੇ ਆਪਣੇ ਸਿਟੀਜ਼ਨ ਨੇ, ਸਾਡੇ ਆਪਣੇ ਹੀ ਪਰਿਵਾਰਾਂ ਦੇ ਸਾਰੇ ਜਵਾਨ ਨੇ। ਔਰ ਵੈਸੇ ਵੀ ਜਦੋਂ ਗੱਲ ਫੌਜ ਦੀ ਆਉਂਦੀ ਹੈ ਤੇ ਫਿਰ ਪੰਜਾਬੀ ਤਾਂ ਲਗਭਗ ਸਾਰੇ ਹੀ ਫੌਜੀ ਨੇ, ਕਿਉਂਕਿ ਹਰੇਕ ਦੇ ਆਪਣੇ ਪਰਿਵਾਰ ਜਾਂ ਚਾਚੇ ਤਾਏ ਦੇ ਪਰਿਵਾਰ 'ਚ ਕੋਈ ਨਾ ਕੋਈ ਪੁਲਿਸ 'ਚ, ਫੌਜ 'ਚ ਜਾਂ ਜਲ ਸੈਨਾ, ਥਲ ਸੈਨਾ ਹੁੰਦਾ ਹੀ ਹੈ। ਸੋ ਹੁਣ ਜੇ ਭਗਵੰਤ ਮਾਨ ਦੀ ਗੱਲ ਕਰੀਏ, ਸਿਰਫ ਭਗਵੰਤ ਮਾਨ ਹੋਣਾ ਦੇ ਲਈ ਹੁਣ ਕਿੱਡੀ ਕੁ ਵੱਡੀ ਚੁਣੌਤੀ ਹੈ ਸਰਹੱਦ ਪਾਰ ਡਰੋਨ ਤੋਂ ਆਉਣ ਵਾਲੇ ਨਸ਼ਿਆਂ ਦੇ, ਇਲੀਗਲ ਨਸ਼ਿਆਂ ਦੇ ਨੈਟਵਰਕ ਨੂੰ ਤੋੜਨਾ। ਔਰ ਜਿਹੜਾ ਇਹ ਘਟਨਾ ਦਾ ਖੁਲਾਸਾ ਹੋਇਆ ਇਸ ਤੋਂ ਬਾਅਦ ਹੋਰ ਸਾਵਧਾਨੀ ਦੀ ਜ਼ਰੂਰਤ ਹੈ, ਕਿਉਂਕਿ ਹੋ ਸਕਦਾ ਹੈ ਕਿ ਜਿਹੜੀ ਚੀਜ਼ ਸਾਨੂੰ ਹੁਣ ਨਜ਼ਰ ਆਈ ਹੈ ਉਹ ਪਹਿਲਾਂ ਵੀ ਹੋ ਰਹੀ ਹੋਵੇ ਤੇ ਅਸੀਂ ਉਹਦੇ ਇੰਪੈਕਟ ਨੂੰ ਸਮਝ ਨਹੀਂ ਪਾ ਰਹੇ। ਆਖਰੀ ਕਮੈਂਟ ਜੀ ਡੱਲਾ ਜੀ, ਦੇਖੋ ਭਗਵੰਤ ਮਾਨ ਲਈ ਕੱਲਾ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਜਾਂ ਜਿਹੜੀ ਸਰਹੱਦ ਆ ਉਹੀ ਉਹਨਾਂ ਲਈ ਚੈਲੰਜ ਨਹੀਂ ਆ, ਚੁਣੌਤੀ ਨਹੀਂ ਆ। ਉਹਨਾਂ ਲਈ ਤਾਂ ਜਿਹੜੇ ਸਾਡੇ ਸਟੇਟ ਬਾਰਡਰਸ ਆ, ਨਸ਼ੇ ਆ ਜਿਹੜੇ ਉਹ ਚੱਲ ਕੇ ਉਹ ਰਾਜਸਥਾਨ ਤੋਂ ਵੀ ਆ ਸਕਦੇ ਆ, ਉਹ ਦਿੱਲੀ ਤੋਂ ਵੀ ਆ ਸਕਦੇ ਆ, ਉਹ ਉੱਤਰ ਪ੍ਰਦੇਸ਼ ਤੋਂ ਵੀ ਆ ਸਕਦੇ ਆ, ਉਹ ਹਰਿਆਣੇ ਤੋਂ ਵੀ ਆ ਸਕਦੇ ਆ, ਜਿੰਨੇ ਸਾਡੇ ਨਾਲ ਉਹ ਜੰਮੂ ਕਸ਼ਮੀਰ ਦੇ ਰਾਹੀਂ ਵੀ ਦਾਖਲ ਹੋ ਸਕਦੇ ਆ, ਹਿਮਾਚਲ ਪ੍ਰਦੇਸ਼ ਤੋਂ ਵੀ ਆ ਸਕਦੇ ਆ। ਸੋ ਜਿੱਥੇ ਜਿੱਥੇ ਸਾਡੇ ਸੂਬੇ ਦੀਆਂ ਡਾਇਰੈਕਟ ਸਰਹੱਦਾਂ ਲੱਗਦੀਆਂ ਨੇ, ਜੇ ਨੇੜੇ ਸੂਬੇ ਨੇ, ਹੁਣ ਤੁਸੀਂ ਦੇਖੋ ਕਿੰਨੀ ਸਾਰੀ ਜਿਹੜੀ ਇਲੀਗਲ ਸ਼ਰਾਬ ਆ ਜਾਂ ਲਿਕਰ ਆ ਉਹ ਇਸ ਸੂਬੇ ਦੇ ਵਿੱਚ ਆਉਂਦੀ ਆ। ਇਹ ਸਾਰਿਆਂ ਨੂੰ ਇਸ ਗੱਲ ਦਾ ਪਤਾ, ਔਰ ਉਸ ਨੂੰ ਰੋਕਣ ਲਈ ਕਈ ਵਾਰੀ ਜਿਹੜਾ ਐਕਸਾਈਜ਼ ਡਿਪਾਰਟਮੈਂਟ ਆ ਉਹ ਪੁਲਿਸ ਦੀ ਸਹਾਇਤਾ ਵੀ ਲੈਂਦਾ, ਪਰ ਇਸ ਦੇ ਬਾਵਜੂਦ ਵੀ ਇਹ ਚੀਜ਼ਾਂ ਨਹੀਂ ਰੁਕਦੀਆਂ। ਸੋ ਇਹ ਜਿਹੜਾ ਚੈਲੰਜ ਆ ਕੱਲਾ ਸਿਰਫ ਇੰਟਰਨੈਸ਼ਨਲ ਬਾਰਡਰਸ ਤੇ ਨਹੀਂ ਆ, ਉਹ ਸਟੇਟਸ ਦੇ ਸਾਡੇ ਸੂਬਿਆਂ ਦੇ ਅੰਦਰ ਖਾਤੇ ਵੀ ਸਾਨੂੰ ਇਹ ਚੈਲੰਜ ਆ, ਚੁਣੌਤੀ ਆ। ਕਿਉਂਕਿ ਜ਼ਰੂਰੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਸਾਰਾ ਨਸ਼ਾ ਜਿਹੜਾ ਉਹ ਸਿਰਫ ਸਰਹੱਦੋਂ ਪਾਰ ਹੀ ਆ ਰਿਹਾ, ਭਾਰਤ ਦੇ ਵੀ ਕਈ ਸੂਬਿਆਂ ਤੋਂ ਜਾਂ ਹੋਰ ਟਰੈਵਲ ਕਰਕੇ ਕੋਈ ਉੱਥੋਂ ਵੀ ਕਿਤੋਂ ਆ ਰਿਹਾ। ਸੋ ਇਹ ਸਾਨੂੰ ਚੀਜ਼ਾਂ, ਤੁਸੀਂ ਦੇਖੋ ਪਿਛਲੇ ਦਿਨ ਗੁਜਰਾਤ ਦੇ ਕਾਂਡਲਾ ਪੋਰਟ ਤੇ ਕਿੰਨੇ ਵਾਰੀ ਕਰੋੜਾਂ ਦਾ ਨਸ਼ਾ ਫੜਿਆ ਗਿਆ। ਮੈਂ ਚਾਹੁੰਦਾ ਕਿ ਉਹਦੀ ਘੱਟੋ ਘੱਟ ਜਿਹੜੀ ਭਾਰਤੀ ਏਜੰਸੀਜ਼ ਆ ਉਸ ਦੀ ਇਨਵੈਸਟੀਗੇਟ ਕਰਨ ਕਿ ਕਿਵੇਂ ਉੱਥੋਂ, ਔਰ 3 ਖੇਪਾਂ ਜਿਹੜੀਆਂ ਬੜੀਆਂ ਵੱਡੀਆਂ ਖੇਪਾਂ ਪਿਛਲੇ 1 ਸਾਲ ਦੇ ਵਿੱਚ ਉੱਥੇ ਆਈਆਂ ਨੇ, ਔਰ ਇਹ ਆਪਾਂ ਨੂੰ ਪਤਾ ਕਿ ਉਹ ਸੁਰੱਖਿਆ ਥੋੜੀ ਦੇਰ ਲਈ ਜ਼ਰੂਰ ਬਣੀਆਂ, ਲੇਕਿਨ ਉਹ ਕਿੱਥੋਂ ਆਇਆ ਹਜੇ ਤੱਕ ਸਾਨੂੰ ਨਹੀਂ ਪਤਾ। ਸੋ ਸਾਰੀਆਂ ਜੀ 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 ਬਿਲਕੁਲ, ਉਹ ਸਾਡੀਆਂ ਏਜੰਸੀਜ਼ ਨੇ ਉਹਦੇ ਬਾਰੇ ਕੋਈ ਬਹੁਤ ਜ਼ਿਆਦਾ ਖੁਲਾਸੇ ਕੀਤੇ ਨਹੀਂ, ਜਦ ਕਿ ਉਹ ਕਹਿੰਦੇ ਕੰਟੇਨਰ ਦੇ ਵਿੱਚ ਨਸ਼ਾ ਆਇਆ ਸੀ। ਸੋ ਉਹ ਜ਼ਰੂਰ ਉਮੀਦ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜ਼ਰੂਰ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਉਹ ਉਹਨਾਂ ਨੂੰ ਐਕਸਪੋਜ਼ ਕਰਨ। ਸੋ 2 ਵੱਡੇ ਵਿਸ਼ੇ ਆ। ਹੁਣ ਮੈਂ ਭਗਵੰਤ ਮਾਨ ਹੋਣ ਵਾਲੇ ਪਾਸੇ ਚੱਲੂੰਗਾ। ਲੁਧਿਆਣਾ ਦੇ ਵਿੱਚ ਵੀ ਕੱਲ ਭਗਵੰਤ ਮਾਨ ਰਹੇ।
ਭਗਵੰਤ ਮਾਨ ਬੜੇ ਸਰਗਰਮ ਰਹੇ। ਇੱਕ ਰਾਜ ਪੱਧਰੀ ਸਮਾਗਮ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦਾ, ਉੱਥੇ ਵੀ ਗਏ, ਰਾਜ ਪੱਧਰੀ ਸਮਾਗਮ ਸੀ। ਬਹੁਤ ਸਾਰੇ ਲੋਕਾਂ ਦਾ ਇਸ ਖਾਸ ਦਿਨ ਤੇ ਉਹਨਾਂ ਨੇ ਸਨਮਾਨ ਵੀ ਕੀਤਾ ਔਰ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਨਾਦਾਇਕ ਜਿਹੜੀਆਂ ਗੱਲਾਂ ਨੇ ਉਹ ਵੀ ਉਹਨਾਂ ਨੇ ਹਾਸਲ ਕੀਤੀਆਂ। ਪਰ ਤੁਸੀਂ ਭਗਵੰਤ ਮਾਨ ਦੇ ਇਸ ਪੂਰੇ ਦੌਰੇ ਨੂੰ ਕਿਵੇਂ ਦੇਖਦੇ ਹੋ? ਮੈਂ ਦੋ ਤਰੀਕੇ ਨਾਲ ਦੇਖਦਾ। ਇੱਕ ਤਾਂ ਭਗਵੰਤ ਮਾਨ ਕਿਉਂਕਿ ਇਹ ਮੁੱਖ ਮਹਿਮਾਨ ਦੇ ਤੌਰ ਤੇ ਗਏ, ਉਹ ਸਰਕਾਰੀ ਸਮਾਗਮ ਸੀ, ਰਾਜ ਪੱਧਰੀ ਸਮਾਗਮ ਸੀ, ਉਹ ਗੱਲ ਸਮਝ ਆਉਂਦੀ ਹੈ। ਪੋਲੀਟੀਕਲ ਤੌਰ ਦੇ ਉੱਤੇ ਵੀ ਭਗਵੰਤ ਮਾਨ ਨੇ ਕਾਫੀ ਜ਼ਿਆਦਾ ਜਿਹੜਾ 50 ਦਿਨ ਦਾ ਜਿਹੜਾ ਉਹਨਾਂ ਦਾ ਕਾਰਗੁਜ਼ਾਰੀ ਹੈ 50 ਦਿਨ ਦੀ, ਉਹਦੇ ਉੱਪਰ ਵੀ ਉਹਨਾਂ ਨੇ ਖੂਬ ਜ਼ੋਰ ਦਿੱਤਾ 50 ਦਿਨ ਦੀ ਕਾਰਗੁਜ਼ਾਰੀ ਤੇ। ਔਰ ਬਾਰ-ਬਾਰ ਉਹਨਾਂ ਨੇ ਪੋਸਟਾਂ ਕੱਢਣ ਦੀ ਗੱਲ ਵੀ ਕਹੀ ਵੀ 26,454 ਨੌਕਰੀਆਂ ਕੱਢਤੀਆਂ। ਹਾਲਾਂਕਿ ਇਹਦੇ ਤੇ ਇਹ ਖੁਸ਼ੀ ਦੀ ਗੱਲ ਹੈ, ਨੌਕਰੀਆਂ ਨਿਕਲੀਆਂ 26,454, ਪਰ ਇਹਦੇ ਤੇ ਵੀ ਹੌਲੀ-ਹੌਲੀ ਕਲੈਰਿਟੀ ਬਣੇਗੀ। ਮੇਰੇ ਕੋਲੇ ਹਜੇ ਬਹੁਤੀ ਜਾਣਕਾਰੀ ਨਹੀਂ ਹੈ, ਪਰ ਅੱਜ ਕੱਲ੍ਹ ਜੇ ਜਾਣਕਾਰੀ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਣੀ ਹੈ ਵੀ ਇਹ ਪੋਸਟਾਂ ਦੀ ਭਰਤੀ ਪ੍ਰਕਿਰਿਆ ਕੀ ਹੋਏਗੀ। ਕੀ ਇਹ ਪੋਸਟਾਂ ਫੁੱਲ ਸਕੇਲ ਹੋਣਗੀਆਂ? ਫੁੱਲ ਸਕੇਲ ਤੋਂ ਭਾਵ ਕਿ ਅਗਰ ਕੋਈ SDO ਭਰਤੀ ਕੀਤਾ ਜਾਂਦਾ ਹੈ ਕੀ ਉਹਨੂੰ SDO ਦਾ ਫੁੱਲ ਸਕੇਲ ਮਿਲੂ? ਅਗਰ ਕੋਈ ਤਹਿਸੀਲਦਾਰ ਭਰਤੀ ਕੀਤਾ ਜਾਂਦਾ ਹੈ ਫੁੱਲ ਸਕੇਲ ਮਿਲੂ? ਅਗਰ ਕੋਈ ਕਲਰਕ ਭਰਤੀ ਕੀਤਾ ਜਾਂਦਾ ਹੈ ਫੁੱਲ ਸਕੇਲ ਮਿਲੂ? ਕੋਈ ਅਧਿਆਪਕ ਭਰਤੀ ਕੀਤਾ ਜਾਂਦਾ ਹੈ ਫੁੱਲ ਸਕੇਲ ਮਿਲੂ? ਜਾਂ ਉਹਨਾਂ ਨੂੰ ਉੱਕਾ ਪੁੱਕਾ ਤਨਖਾਹ ਮਿਲੂ? ਇਹ ਵੀ ਬਹੁਤ ਵੱਡਾ ਕੰਸਰਨ ਹੈ, ਕਿਉਂਕਿ ਬਹੁਤ ਸਾਰੇ ਪਹਿਲਾਂ ਸਾਡੇ ਮੁਲਾਜ਼ਮ ਨੇ ਜਿਹੜੇ ਬਹੁਤ ਘੱਟ ਤਨਖਾਹਾਂ ਤੇ ਕੰਮ ਕਰਦੇ ਸੀ ਔਰ ਆਮ ਆਦਮੀ ਪਾਰਟੀ ਨੇ ਅੰਦੋਲਨ ਚਲਾਇਆ ਸੀ ਵੀ ਅਧਿਆਪਕਾਂ ਨੂੰ ਤੁਸੀਂ 10,000 ਤੋਂ ਘੱਟ ਤਨਖਾਹ ਦੇ ਰਹੇ ਹੋ। ਮੈਂ ਮਿਨੀਮਮ ਫਿਗਰ ਨਹੀਂ ਲੈ ਰਿਹਾ, ਹਾਲਾਂਕਿ ਉਹ ਇਸ ਤੋਂ ਵੀ ਘੱਟ ਕਹਿੰਦੇ ਸੀ ਵੀ ਉਹਦੇ 'ਚ ਘਰ ਕਿਵੇਂ ਚੱਲੂਗਾ। ਸੋ ਇਹ ਇੱਕ ਤਾਂ ਇਹ ਪੁਆਇੰਟ, ਇਹਦੇ ਤੇ ਕਲੈਰਿਟੀ ਨਹੀਂ ਆਈ। ਇਸ਼ਤਿਹਾਰ ਬਹੁਤ ਲੱਗੇ, ਧੰਨਵਾਦ ਬਹੁਤ ਹੈ, ਵੱਡਾ ਵਾਅਦਾ ਪੂਰਾ ਕੀਤਾ ਹੈ। ਇਸ਼ਤਿਹਾਰ ਬਹੁਤ ਲੱਗੇ ਸਾਰੇ ਅਖਬਾਰਾਂ 'ਚ, ਕਿਉਂਕਿ ਇਸ਼ਤਿਹਾਰਾਂ ਦਾ ਤਾਂ ਜਦੋਂ ਦੀ ਸਰਕਾਰ ਆਈ ਹੈ ਹੜ ਆਇਆ ਪਿਆ। ਜਿਹੜੇ ਵੱਡੇ ਵੱਡੇ ਅਖਬਾਰ ਨੇ ਉਹਨਾਂ ਦੇ ਸਾਰੇ ਘਾਟੇ ਪੂਰੇ ਹੋ ਜਾਣੇ ਮੈਨੂੰ ਲੱਗਦਾ ਹੈ ਮਨਪ੍ਰੀਤ ਰੰਧਾਵਾ ਜੀ। ਸੋ ਬੜੀ ਅਖਬਾਰਾਂ ਵਾਲੇ ਨੂੰ ਤਾਂ ਚਲੋ ਮੁਬਾਰਕਬਾਦਾਂ ਜਿਨ੍ਹਾਂ ਨੂੰ ਰੋਜ਼ ਪਹਿਲੇ ਵਰਕੇ ਦਾ ਇਸ਼ਤਿਹਾਰ ਮਿਲ ਜਾਂਦਾ। ਜਿਨ੍ਹਾਂ ਨੂੰ ਨਹੀਂ ਮਿਲਦਾ ਉਹਨਾਂ ਨਾਲ ਜ਼ਰੂਰ ਸਾਨੂੰ ਥੋੜੀ ਜਿਹੀ ਹਮਦਰਦੀ ਆ ਭਾਈ, ਜੇ ਦੇਣਾ ਤਾਂ ਸਾਰਿਆਂ ਨੂੰ ਹੀ ਦੇ ਦਿਓ, ਕਿਸੇ ਨੂੰ ਵੱਡਾ ਦੇ ਦਿਓ, ਕਿਸੇ ਨੂੰ ਛੋਟਾ ਦੇ ਦਿਓ। ਜਿਨ੍ਹਾਂ ਨੂੰ ਨਹੀਂ ਦਿੰਦੇ ਚਲੋ ਉਹਨਾਂ ਬਾਰੇ ਮੈਂ ਕੁਝ ਨਹੀਂ ਕਹਿੰਦਾ। ਦੂਸਰਾ, ਭਗਵੰਤ ਮਾਨ ਅਤੀ ਉਤਸ਼ਾਹਿਤ ਨਜ਼ਰ ਆਏ, ਖਾਸ ਤੌਰ ਤੇ ਉਸ ਸਮਾਗਮ 'ਚ ਬੀਬੀ ਰਜਿੰਦਰ ਕੌਰ ਭੱਠਲ ਦੀ ਕੋਠੀ ਦਾ ਜ਼ਿਕਰ ਆ ਗਿਆ ਕਿ 26-27 ਸਾਲ ਬਾਅਦ ਕੋਠੀ ਖਾਲੀ ਕਰਾਈ। ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਉਹਨਾਂ ਨੇ ਸ਼ਬਦ ਕਈ ਲੋਕਾਂ ਨੇ ਸੁਣੇ ਹੋਣਗੇ ਮੈਂ ਨਹੀਂ ਵਰਤਣਾ ਚਾਹੁੰਦਾ। ਸੋ ਅਤੀ ਉਤਸ਼ਾਹਿਤ ਭਗਵੰਤ ਮਾਨ ਜੀ ਹੋਏ ਮੈਨੂੰ ਨਜ਼ਰ ਆਏ। ਤੁਸੀਂ ਕਿਵੇਂ ਵੇਖਦੇ ਹੋ? ਕੀ ਇਹ ਖੁਸ਼ੀ ਜਾਂ ਸੰਤੁਸ਼ਟੀ ਹੈ? ਕੀ ਇਹ ਖੁਸ਼ੀ ਜਾਂ ਸੰਤੁਸ਼ਟੀ ਹੈ ਵੀ ਦੇਖੋ ਮੈਂ 26,000 ਨੌਕਰੀਆਂ ਵੀ ਕਰਤੀਆਂ, ਬਿਜਲੀ ਦਾ ਐਲਾਨ ਵੀ ਕਰਤਾ ਵੀ 1 ਜੁਲਾਈ ਤੋਂ ਅਸੀਂ ਮੁਫਤ ਕਰਾਂਗੇ? ਕੀ ਇਸ ਗੱਲ ਦੀ ਸੰਤੁਸ਼ਟੀ ਹੈ ਵੀ ਉਹਨਾਂ ਨੇ ਪੰਜਾਬ ਦੀ ਸਰਕਾਰ ਵਾਲੀ ਗੱਡੀ ਦੇ ਸਟੀਅਰਿੰਗ ਤੇ ਗ੍ਰਿਪ ਬਣਾ ਲਿਆ? ਦੇਖੋ ਡੱਲਾ ਜੀ, ਇਹਦੇ ਕਈ ਪਹਿਲੂ ਨੇ। ਸਭ ਤੋਂ ਪਹਿਲਾਂ ਜਿਹੜੀ ਤੁਸੀਂ ਨੌਕਰੀਆਂ ਦੀ ਗੱਲ ਕੀਤੀ ਆ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਤੇ ਕਲੈਰਿਟੀ ਆਊਗੀ ਕਿ ਉਹ ਕਿੰਨੇ ਰੈਗੂਲਰ ਜੌਬਸ ਆ, ਉਹਨਾਂ ਦਾ ਕੀ ਸਕੇਲ ਹੋਏਗਾ। ਇਹ ਸਾਰਾ ਕੁਝ ਸਰਕਾਰ ਕਲੀਅਰ ਕਰ ਦੇਗੀ, ਕਿਉਂਕਿ ਉਸ ਤੋਂ ਪਹਿਲਾਂ ਜੇ ਸਾਡੀ ਕੋਈ ਟਿੱਪਣੀ ਹੋਏਗੀ ਤੇ ਅਸੀਂ ਥੋੜੀ ਜਿਹੀ ਉਹ ਜਿਹੜੀ ਜ਼ਿਆਦਾ ਜਲਦਬਾਜ਼ੀ ਕਰਾਂਗੇ, ਕਲੈਰਿਟੀ ਹੋ ਜਾਏਗੀ ਜੀ। ਦੂਸਰੀ ਗੱਲ ਜਿਹੜੀ ਤੁਸੀਂ ਭਗਵੰਤ ਮਾਨ ਹੋਣਾ ਦੀ ਕਹੀ ਹੈ, ਜਿਸ ਤਰ੍ਹਾਂ ਉਹ ਕੱਲ ਗਏ ਨੇ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜਾ ਕੇ, ਜਿੱਥੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ 299ਵਾਂ 299th ਉਹਨਾਂ ਦਾ ਜਨਮ ਦਿਹਾੜਾ ਇੱਕ ਤਰ੍ਹਾਂ ਦਾ ਮਨਾਇਆ ਗਿਆ ਔਰ ਉਸ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਬਤੌਰ ਚੀਫ ਗੈਸਟ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਟਿੱਪਣੀਆਂ ਸੀ, ਮੈਂ ਉਹਨਾਂ ਦਾ ਭਾਸ਼ਣ ਵੀ ਸੁਣਿਆ ਔਰ ਇਹ ਜਿਹੜੀ ਚਾਹੇ ਉਹ ਰਜਿੰਦਰ ਕੌਰ ਭੱਠਲ ਹੋਣ, ਚਾਹੇ ਆਪਣੇ ਵਿਰੋਧੀਆਂ ਦੀਆਂ ਗੱਲਾਂ ਉਹ ਲਗਾਤਾਰ ਕਰ ਰਹੇ ਨੇ। ਜਿਸ ਦਿਨ ਉਹ ਸਤੌਜ ਪਿੰਡ ਵੀ ਗਏ ਸੀ 2 ਦਿਨ ਪਹਿਲਾਂ, ਉੱਥੇ ਵੀ ਇਹ ਕਹਿ ਰਹੇ ਸੀ ਕਿ ਦੇਖੋ ਜੀ ਇਹ ਗੱਡੀਆਂ ਨਹੀਂ ਵਾਪਸ ਕਰਦੇ, ਘਰ ਨਹੀਂ ਖਾਲੀ ਕਰਦੇ, ਫਲੈਟ ਨਹੀਂ ਖਾਲੀ ਕਰਦੇ। ਯਾਨੀ ਕਿ ਉਹ ਇੱਕ ਥੋੜਾ ਜਿਹਾ ਇਹ ਚੀਜ਼ ਨੈਰੇਟਿਵ ਸੈੱਟ ਕਰਨਾ ਚਾਹੁੰਦੇ ਆ ਕਿ ਦੇਖੋ ਅਸੀਂ ਜਿਹੜੀ ਸਾਡੀ ਸਰਕਾਰ ਆ ਇਮਾਨਦਾਰ ਆ ਔਰ ਅਸੀਂ ਇਸ ਟਾਈਮ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਆ ਔਰ ਅਸੀਂ ਇੱਕ ਨਵੀਂ ਪਿਰਤ ਪਾਉਣਾ ਚਾਹੁੰਦੇ ਹਾਂ, ਨਵਾਂ ਪ੍ਰੈਸੀਡੈਂਟ ਸੈੱਟ ਕਰਨਾ ਚਾਹੁੰਦੇ ਹਾਂ। ਇਹ ਤਾਂ ਇੱਕ ਗੱਲ ਆ। ਦੂਸਰੀ, ਜਦੋਂ ਵੀ ਮੈਂ ਦੇਖਿਆ ਤੀਸਰੀ ਵਾਰੀ ਲਗਭਗ ਜਦੋਂ ਦੇ ਮੁੱਖ ਮੰਤਰੀ ਬਣੇ ਆ, 50 ਦਿਨ ਉਹਨਾਂ ਨੂੰ ਹੋ ਗਏ ਆ, ਤੀਸਰੀ ਵਾਰੀ ਉਹ ਕਿਸੇ ਯੂਨੀਵਰਸਿਟੀ ਜਾਂਦੇ ਨੇ, ਉੱਥੋਂ ਦੇ ਅਕੈਡਮੀਸ਼ੀਅਨਸ ਨੂੰ, ਉੱਥੋਂ ਦੇ ਸਟੂਡੈਂਟਸ ਨੂੰ ਐਡਰੈਸ ਕਰਦੇ ਨੇ, ਜਿੱਥੇ ਕਿ ਇੰਟੈਲੀਜੈਂਸੀਆ ਜਾਂ ਬੁੱਧੀਜੀਵੀ ਬੈਠੇ ਹੁੰਦੇ ਨੇ। ਪਰ ਕੱਲ ਜਦੋਂ ਭਗਵੰਤ ਮਾਨ ਬੋਲ ਰਹੇ ਸੀ ਤੇ ਉਹਨਾਂ ਨੇ ਜਿਹੜੇ ਆਪਣੇ ਭਾਸ਼ਣ ਦੇ ਸ਼ੁਰੂਆਤ ਦੇ ਵਿੱਚ ਕੁਝ ਜਿਹੜੇ ਹਿਸਟੋਰੀਕਲ ਫੈਕਟਸ ਦਿੱਤੇ, ਉਹਦੀਆਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਤੇ ਸਿਆਸਤ ਬਹੁਤ
ਹੋਣ ਵਾਲੀ ਆ, ਔਰ ਉਹਨਾਂ ਨੇ ਬੜੀਆਂ ਗਲੇਰਿੰਗ ਮਿਸਟੇਕਸ ਕੀਤੀਆਂ। ਹੁਣ ਤੁਸੀਂ ਇਹ ਦੇਖੋ ਕਿ ਜਦੋਂ ਮੁੱਖ ਮੰਤਰੀ ਬੋਲ ਰਹੇ ਹੋਣਗੇ, ਔਰ ਇਹਦਾ ਇੱਕ ਪਿਛੋਕੜ ਵੀ ਮੈਂ ਤੁਹਾਨੂੰ ਦੱਸੂਗਾ, ਉਹ ਦੱਸਦੇ ਨੇ ਕਿ ਜਿਹੜੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੇ, ਉਹਨਾਂ ਨੇ ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ। ਇਹ ਗੱਲ ਉਹਨਾਂ ਨੇ ਕਹੀ। ਦੇਖੋ, ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀ, ਉਹਨਾਂ ਦਾ ਉਹ ਜੋਤੀ ਜੋਤ ਸਮਾ ਗਏ ਸੀ ਸਨ 1708 ਈਸਵੀ ਦੇ ਵਿੱਚ, ਜਦ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਹੀ ਜਿਹੜਾ ਉਹ ਸਨ ਜਾ ਕੇ 1723 ਈਸਵੀ ਦੇ ਵਿੱਚ ਹੁੰਦਾ। ਇੱਕ ਗੱਲ ਉਹਨਾਂ ਨੇ ਹੋਰ ਕਹੀ, ਉਹ ਕਹਿੰਦੇ ਕਿ ਜਿਹੜੇ ਹਾਂ ਮੈਂ ਇੱਥੇ ਇਹ ਵੀ ਤੁਹਾਨੂੰ ਦੱਸ ਦਿੰਦਾ, ਦਰਅਸਲ ਉਹ ਸ਼ਾਇਦ ਉਹਨਾਂ ਨੂੰ ਇਹ ਯਾਦ ਨਹੀਂ ਹੋਣਾ, ਜਾਂ ਜਿਹੜੇ ਉਹਨਾਂ ਦੇ ਸਪੀਚ ਲਿਖਣ ਵਾਲੇ ਜਾਂ ਦੱਸਣ ਵਾਲੇ ਨੂੰ ਦੱਸਿਆ ਨਹੀਂ, ਜੀ ਇਹ ਜਿਹੜੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਸੀ, ਗ੍ਰੈਂਡਫਾਦਰ ਸੀ ਬਾਬਾ ਹਰਦਾਸ ਸਿੰਘ ਜੀ, ਉਹਨਾਂ ਨੇ ਅੰਮ੍ਰਿਤ ਛਕਿਆ ਸੀ। ਇਹ ਚੀਜ਼ ਦੱਸਣਾ, ਹਾਲਾਂਕਿ ਉਹਨਾਂ ਦਾ ਜਿਹੜਾ ਬਾਅਦ ਦੇ ਵਿੱਚ ਉਹਨਾਂ ਦਾ ਦੇਹਾਂਤ ਉਹ 1716 ਈਸਵੀ ਦੇ ਵਿੱਚ ਹੋਇਆ। ਇੱਕ ਗੱਲ ਹੋਰ ਭਗਵੰਤ ਮਾਨ ਹੋਣਾ ਨੇ ਕਹੀ, ਉਹ ਕਹਿੰਦੇ ਜਿਹੜੇ ਜੱਸਾ ਸਿੰਘ ਰਾਮਗੜੀਆ ਸੀ, ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਹਿਯੋਗ ਕਰਕੇ ਆਪਸ ਦੇ ਵਿੱਚ ਇਹਨਾਂ ਨੇ ਬਹੁਤ ਲੜਾਈਆਂ ਲੜੀਆਂ। ਇਹ ਵੀ ਉਹ ਫੈਕਟ ਬਹੁਤ ਬੁਰੀ ਤਰ੍ਹਾਂ ਗਲਤ ਕਰ ਗਏ, ਕਿਉਂਕਿ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਆ, ਉਹਨਾਂ ਦਾ ਵੀ ਸਨ 1716 ਦੇ ਵਿੱਚ 1716 ਦੇ ਵਿੱਚ ਇਸ ਈਸਵੀ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਜਾਂਦਾ। ਤੇ ਫਿਰ ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਕਿ 1723 ਦੇ ਵਿੱਚ ਤਾਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਪੈਦਾ ਹੀ ਹੁੰਦੇ। ਅੱਛਾ, ਇਹਦਾ ਪਿਛੋਕੜ ਕੀ ਆ? ਹੁਣ ਇਹਦੇ ਵਿੱਚ ਇੰਟਰਸਟ ਕੀ ਆ? ਔਰ ਇਹਦਾ ਸਭ ਤੋਂ ਪਹਿਲਾਂ ਟਵੀਟ ਕੌਣ ਕਰਦੇ ਨੇ? ਅਮਰਿੰਦਰ ਸਿੰਘ ਰਾਜਾ ਵੜਿੰਗ। ਤੁਹਾਨੂੰ ਯਾਦ ਹੋਣਾ 22 ਮਾਰਚ ਨੂੰ ਅਸੈਂਬਲੀ ਦਾ ਇਜਲਾਸ ਚੱਲ ਰਿਹਾ ਸੀ, ਔਰ ਪਹਿਲਾ ਇਜਲਾਸ ਸੀਗਾ ਜਦੋਂ 3 ਦਿਨਾਂ ਦਾ ਬੁਲਾਇਆ ਗਿਆ ਸੀ ਜੀ। ਉਸ ਦੌਰਾਨ 23 ਮਾਰਚ ਨੂੰ, ਅਗਲੇ ਦਿਨ 23 ਮਾਰਚ ਨੂੰ ਸ਼ਹੀਦੀ ਦਿਵਸ ਸੀ ਸ਼ਹੀਦ ਭਗਤ ਸਿੰਘ ਹੋਣਾ ਦਾ, ਰਾਜਗੁਰੂ ਸੁਖਦੇਵ ਸਿੰਘ ਦਾ। ਉਸ ਦਿਨ ਭਗਵੰਤ ਮਾਨ ਹੋਣਾ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਹੁਣ ਸ਼ਹੀਦ ਭਗਤ ਸਿੰਘ ਹੋਣਾ ਦੇ ਜਨਮ ਦਿਹਾੜੇ ਤੇ ਵੀ ਪੂਰੇ ਪੰਜਾਬ ਦੇ ਵਿੱਚ ਛੁੱਟੀ ਕਰਿਆ ਕਰਾਂਗੇ। ਇਸ ਗੱਲ ਨੂੰ ਉੱਠ ਕੇ ਅਚਾਨਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਬਜੈਕਟ ਕਰਦੇ ਨੇ। ਉਹ ਕਹਿੰਦੇ ਜੀ ਛੁੱਟੀ ਨਾ ਕਰੋ, ਤੁਸੀਂ ਲੋਕਾਂ ਨੂੰ ਉਹਨਾਂ ਦੀ ਸਿੱਖਿਆ ਦਿਓ ਜਾਂ ਉਹਨਾਂ ਨੂੰ ਬੁਲਾਓ। ਤੇ ਉੱਥੇ ਭਗਵੰਤ ਮਾਨ ਹੋਣਾ ਨੇ, ਤੁਹਾਨੂੰ ਯਾਦ ਹੋਣਾ, ਡੱਲਾ ਜੀ ਕਿਹਾ ਸੀ ਕਿ ਤੁਹਾਨੂੰ ਤਾਂ ਉਹਨਾਂ ਦਾ ਇਹ ਵੀ ਨਹੀਂ ਪਤਾ ਕਿ ਜਨਮ ਕਦੋਂ ਹੋਇਆ। ਤੇ ਰਾਜਾ ਵੜਿੰਗ ਨੇ ਮੰਨ ਲਿਆ ਸੀ ਕਿ ਹਾਂਜੀ ਮੈਨੂੰ ਪਤਾ ਨਹੀਂ ਜਨਮ ਕਦੋਂ ਹੋਇਆ। ਤੇ ਫਿਰ ਉਹਨਾਂ ਨੇ ਦੱਸਿਆ ਕਿ 28 ਸਤੰਬਰ 1907 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਜੀ, ਸੈਸ਼ਨ ਖਤਮ ਹੋ ਗਿਆ ਆਪਸ ਦੇ ਵਿੱਚ। ਜੀ 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 ਤੁਸੀਂ ਜਾਰੀ ਰੱਖੋ, ਬਿਲਕੁਲ ਠੀਕ ਹੈ ਜੀ। ਸੈਸ਼ਨ ਖਤਮ ਹੋ ਗਿਆ। ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਲੱਗਾ ਹੋਣਾ ਵੀ ਇਹ ਤਾਂ ਅੱਜ ਸਾਡੀ ਮੇਰੀ ਹਿਊਮਿਲੇਸ਼ਨ ਹੋ ਗਈ, ਬੜੀ ਐਮਬੈਰਸਮੈਂਟ ਹੋ ਗਈ। ਅਰਵਿੰਦ ਕੇਜਰੀਵਾਲ ਦਾ ਉਹਨਾਂ ਨੇ ਇੱਕ ਪੁਰਾਣਾ ਟਵੀਟ ਕੱਢ ਲਿਆ ਸੀ, ਤੁਹਾਨੂੰ ਯਾਦ ਹੋਣਾ, ਔਰ ਉਹਨਾਂ ਨੇ 27 ਸਤੰਬਰ ਲਿਖਿਆ ਹੋਇਆ ਸੀ। ਤੇ ਫਿਰ ਉਹਨਾਂ ਨੇ ਟੈਗ ਕਰਕੇ ਲਿਖਿਆ ਸੀ ਵੀ ਤੁਹਾਡੇ ਤਾਂ ਜਿਹੜੇ ਨੈਸ਼ਨਲ ਕਨਵੀਨਰ ਆ, ਤੁਸੀਂ ਮੈਨੂੰ ਤਾਂ ਸਿਖਾਉਨੇ ਹੋ, ਆਪਣੇ ਪਹਿਲਾਂ ਨੈਸ਼ਨਲ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਤਾਂ ਸਿਖਾ ਲਓ। ਤੇ ਅੱਜ ਜਾਨੀ ਕੱਲ ਫਿਰ ਦੁਬਾਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੌਕਾ ਮਿਲਿਆ ਕਿ ਹੁਣ ਭਗਵੰਤ ਮਾਨ ਜੀ ਤੁਹਾਡੀ ਹਿਸਟਰੀ ਕਿੱਥੇ ਗਈ। ਇਹ ਤਾਂ ਇੱਕ ਹੋਰ ਸੰਦਰਭ ਆ। ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ, ਔਰ ਜਿਹੜੇ ਇੱਥੋਂ ਦੇ ਐਜੂਕੇਸ਼ਨ ਮੰਤਰੀ ਆ, ਉਹਨਾਂ ਨੇ ਇੱਕ ਛਾਣਬੀਣ ਕਰਾਈ ਸੀ। ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਡਾਕਟਰ ਯੋਗਰਾਜ, ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਤਾਂ ਕਿ ਜਿਹੜੀਆਂ ਪੁਸਤਕਾਂ ਦੇ ਵਿੱਚ ਹਿਸਟਰੀ ਡਿਸਟੋਰਟ ਕਰਕੇ ਜਾਂ ਗਲਤ ਮਤ ਲਿਖੀ ਜਾ ਰਹੀ ਆ, ਉਹਨਾਂ ਤੇ ਉੱਤੇ ਐਕਸ਼ਨ ਲਿਆ ਜਾ ਸਕੇ। ਉਸ ਤੋਂ ਬਾਅਦ 3 ਜਿਹੜੇ ਇਸ ਤਰ੍ਹਾਂ ਦੇ ਇਤਿਹਾਸਕਾਰ ਸੀ ਜਾਂ ਰਾਈਟਰ ਸੀ ਜਿਨ੍ਹਾਂ ਨੇ ਬੁੱਕਸ ਲਿਖੀਆਂ ਸੀ, ਉਹਨਾਂ ਦੇ ਖਿਲਾਫ ਉਹਨਾਂ ਨੇ ਇਹ ਇਨਕੁਆਇਰੀ ਕੀਤੀ, ਔਰ ਪਤਾ ਲੱਗਾ ਕਿ ਉਹਨਾਂ ਦੇ ਵਿੱਚ ਵਾਕਿਆ ਜਿਹੜੀ ਆ ਫਰੀਡਮ ਮੂਵਮੈਂਟ ਨੂੰ ਲੈ ਕੇ ਜਾਂ ਹੋਰ ਜਿਹੜੇ ਸਿੱਖ ਇਤਿਹਾਸ ਨੂੰ ਲੈ ਕੇ ਜਿਹੜੇ ਡਿਸਟੋਰਟਡ ਨੇ ਜਾਂ ਗਲਤ ਫੈਕਟਸ ਪਾਏ ਗਏ ਨੇ, ਤੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ। ਤੇ ਹੁਣ ਉਹਨਾਂ ਤੇ ਇਹ ਵੀ ਪਤਾ ਲੱਗ ਰਿਹਾ ਕਿ ਸ਼ਾਇਦ ਕੇਸ ਵੀ ਦਰਜ ਕੀਤਾ ਜਾਵੇ। ਮੇਰਾ ਕਹਿਣ ਦਾ ਮਤਲਬ ਦੱਸਣ ਦਾ ਡੱਲਾ ਜੀ ਸਿਰਫ ਤੁਹਾਨੂੰ ਇੰਨਾ ਕਿ ਜਦੋਂ ਸਰਕਾਰ ਇਸ ਤਰ੍ਹਾਂ ਦੇ ਕੰਮ ਕਰੇ ਕਿਸੇ ਰਾਈਟਰ ਨੂੰ, ਤਾਂ ਫਿਰ ਮੁੱਖ ਮੰਤਰੀ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਤੁਸੀਂ ਕਿੱਥੇ ਜਾ ਕੇ ਕੀ ਬੋਲਦੇ ਹੋ। ਜੀ ਜੀ ਡੱਲਾ ਜੀ, ਦੇਖੋ ਇਹਦੇ ਪਿੱਛੇ 2 ਫੈਕਟ ਹੋ ਸਕਦੇ ਨੇ, 2 ਕਾਰਨ ਹੋ ਸਕਦੇ ਨੇ। ਇੱਕ ਤਾਂ ਇਹ ਕਿ ਗੱਲ ਉਹੀ ਆ ਗਈ ਜਿੱਥੋਂ ਉਹਨਾਂ ਨੇ ਰੈਫਰੈਂਸ ਲਿਆ, ਜਿਨ੍ਹਾਂ ਨੇ ਵੀ ਉਹਨਾਂ ਨੂੰ, ਦੇਖੋ ਉਹਨਾਂ ਕੋਲੇ ਟੀਮ ਹੈ, ਡਾਇਰੈਕਟਰ ਪਬਲਿਕ ਰਿਲੇਸ਼ਨ ਹੈ, ਠੀਕ ਹੈ ਜੀ, ਪਬਲਿਕ ਰਿਲੇਸ਼ਨ ਡਾਇਰੈਕਟਰ ਨੇ, ਔਰ ਹੋਰ ਅਫਸਰਾਂ ਦੀ ਟੀਮ ਨੇ, PROs ਨੇ, ਮਿੰਟ ਟੂ ਮਿੰਟ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਜਿੱਥੋਂ ਉਸ ਕੰਸਰਨਡ ਅਫਸਰ ਨੇ ਪੁਆਇੰਟਸ ਬਣਾ ਕੇ ਦਿੱਤੇ ਹੋਣਗੇ ਭਗਵੰਤ ਮਾਨ ਜੀ ਨੂੰ, ਜੇ ਦਿੱਤੇ ਨੇ, ਇਹ ਵੀ ਹੋ ਸਕਦਾ ਕਿ ਭਗਵੰਤ ਮਾਨ ਜੀ ਨੇ ਆਪਣੇ ਵੱਲੋਂ ਤਿਆਰੀ ਕੀਤੀ ਹੋਵੇ। ਅਗਰ ਭਗਵੰਤ ਮਾਨ ਜੀ ਨੇ ਆਪਣੇ ਵੱਲੋਂ ਜਾਣਕਾਰੀ ਲਈ, ਕਿਉਂਕਿ ਅਸੀਂ ਵੀ
ਰੰਧਾਵਾ ਜੀ ਅਗਰ ਕਿਸੇ ਦੇ ਫੰਕਸ਼ਨ ਤੇ ਜਾਣਾ ਹੈ ਕਿਸੇ ਸ਼ਖਸੀਅਤ ਦੇ ਤੇ ਉਹਦੇ ਬਾਰੇ ਜ਼ਰੂਰ ਪੜ੍ਹਦੇ ਹਾਂ ਤਾਂ ਕਿ ਸਾਨੂੰ ਘੱਟੋ ਘੱਟ ਪਤਾ ਤਾਂ ਹੋਵੇ ਅਸੀਂ ਕਿਸ ਮਾਨਮੱਤੀ ਸ਼ਖਸੀਅਤ ਦੇ ਪ੍ਰੋਗਰਾਮ 'ਚ ਚੱਲੇ ਹਾਂ, ਉਹਨਾਂ ਬਾਰੇ ਸਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਔਰ ਇਸੇ ਕਰਕੇ ਸਮਾਗਮ ਵੱਧ ਤੋਂ ਵੱਧ ਕੀਤੇ ਜਾਂਦੇ ਤਾਂ ਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਲੱਗੇ। ਅੱਜ ਭਗਵੰਤ ਮਾਨ ਗਏ ਨੇ, ਰਾਜ ਪੱਧਰੀ ਪ੍ਰੋਗਰਾਮ ਸੀ, ਪਹਿਲਾਂ ਵੀ ਹੋਏ ਨੇ ਰਾਜ ਪੱਧਰੀ ਪ੍ਰੋਗਰਾਮ, ਪਰ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਅੱਜ ਉਹਨਾਂ ਨੂੰ ਵੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੀ ਜ਼ਿੰਦਗੀ ਦੇ ਕਿੰਨੇ ਸਾਰਥਕ ਪਹਿਲੂ ਪਤਾ ਲੱਗੇ ਵੀ ਕਿੰਨੀ ਮਹਾਨਤਾ ਸੀ। ਇਹ ਪ੍ਰੋਗਰਾਮ ਬੜੇ ਜ਼ਰੂਰੀ ਹੈ। ਹੁਣ ਜਾਂ ਤਾਂ ਭਗਵੰਤ ਮਾਨ ਜੀ ਨੇ ਜਿਸ ਜਗ੍ਹਾ ਤੋਂ ਰੈਫਰੈਂਸ ਲਿਆ ਉੱਥੇ ਕਰੈਕਟ ਨਹੀਂ ਸੀ, ਜਾਂ ਜਿਹੜਾ ਉਹਨਾਂ ਨੂੰ ਲਿਖ ਕੇ ਦਿੱਤਾ ਗਿਆ ਉੱਥੇ ਕੋਈ ਕਮੀ ਰਹਿ ਗਈ, ਜਾਂ ਕਈ ਵਾਰੀ ਦੇਖੋ ਇਨਸਾਨੀ ਸੁਭਾਅ ਹੈ, ਅਸੀਂ ਵੀ ਕਈ ਵਾਰੀ ਕੋਈ ਸ਼ਬਦ ਗਲਤ ਬੋਲ ਜਾਂਦੇ ਹਾਂ। ਜ਼ੁਬਾਨ ਗੱਲ ਕਰਦੇ ਕਰਦੇ ਸਾਨੂੰ ਲੱਗ ਰਿਹਾ ਹੁੰਦਾ ਅਸੀਂ ਸਹੀ ਬੋਲ ਰਹੇ ਹਾਂ ਤੇ ਉਹ ਸਾਡੀ ਜ਼ੁਬਾਨ 'ਚ ਉਹ ਅੱਖਰ ਗਲਤ ਨਿਕਲ ਜਾਂਦਾ। ਜਿਵੇਂ ਮੈਂ ਸ਼ੁਰੂ 'ਚ ਤੁਹਾਡਾ ਨਾਮ ਮੈਂ ਕਈ ਵਾਰੀ ਗਲਤ ਲੈਂਦਾ ਰਿਹਾ, ਹਾਲਾਂਕਿ ਮੈਂ ਤੁਹਾਨੂੰ ਸਾਲਾਂ ਤੋਂ ਜਾਣਦਾ। ਸੋ ਕਈ ਵਾਰੀ ਜ਼ੁਬਾਨ ਤੇ ਨਾਮ ਚੜਨ ਦਾ ਜਾਂ ਡੇਟ ਚੜਨ ਦਾ ਜਿਹੜਾ ਉਹ ਕਨਫਿਊਜ਼ਨ ਆ ਜਾਂਦੀ ਹੈ। ਹੁਣ ਇਹਦੇ ਪਿੱਛੇ ਇੱਕ ਚੀਜ਼ ਹੋਰ ਵੀ ਹੈ, ਅੱਜ ਕੱਲ੍ਹ ਮੈਂ ਮਹਿਸੂਸ ਕਰਦਾ ਅਸੀਂ ਜਦੋਂ ਕਾਲਜ 'ਚ ਵੀ ਪੜ੍ਹਦੇ ਸੀ ਜਾਂ ਹੁਣ ਵੀ ਕਦੀ ਮੈਨੂੰ ਕਿਸੇ ਕਾਲਜ ਸਟੂਡੈਂਟਸ ਯੂਨੀਵਰਸਿਟੀ 'ਚ ਕਿਤੇ ਸਟੂਡੈਂਟਸ ਦੇ ਨਾਲ ਕੋਈ ਗੈਸਟ ਲੈਕਚਰ ਕਰਨ ਦਾ ਮੌਕਾ ਮਿਲੇ, ਕੋਈ ਰਾਬਤਾ ਕਰਨ ਦਾ ਮੌਕਾ ਮਿਲੇ, ਤਾਂ ਮੈਂ ਸੰਗ ਨਹੀਂ ਮੰਨਦਾ ਰੰਧਾਵਾ ਜੀ। ਮੈਂ ਜ਼ਰੂਰ ਆਪਣੇ ਕੋਲ ਇੱਕ ਡਾਇਰੀ ਜਾਂ ਕਾਗਜ਼ ਰੱਖਦਾ ਜਿਹਦੇ 'ਚ ਮੇਰੇ ਕੁਝ ਪੁਆਇੰਟ ਬਣਾਏ ਹੁੰਦੇ ਨੇ, ਕੁਝ ਇੰਪੋਰਟੈਂਟ ਡੇਟਸ ਨੇ, ਰੈਫਰੈਂਸ ਨੇ, ਉਹ ਨੋਟ ਕਰ ਲਈਦੇ ਭਾਵੇਂ ਯਾਦ ਹੋਣ। ਪਰ ਅੱਜ ਕੱਲ੍ਹ ਮੈਂ ਦੇਖਦਾ ਸਾਡੀ ਇੱਕ ਹੋੜ ਬਣ ਗਈ, ਲੋਕ ਇਹ ਮੰਨਦੇ ਨੇ ਕਿ ਜਿਹੜਾ ਲੀਡਰ ਬਿਨਾਂ ਕਾਗਜ਼ ਦੇਖੇ ਬੋਲੂਗਾ ਵੀ ਉਹਦੀ ਚੜਾਈ ਬਹੁਤ ਹੁੰਦੀ ਆ, ਵੀ ਬੜਾ ਇਹ ਪੰਜਾਬੀ 'ਚ ਕਹਾਂ ਘੈਂਟ ਲੀਡਰ ਹੈ। ਸ਼ਾਇਦ ਉਹ ਵੀ ਕਮੀ ਸਾਡੇ ਲੀਡਰਾਂ 'ਚ ਰਹਿ ਗਈ। ਜ਼ਰੂਰ ਸਾਡੇ ਲੀਡਰਾਂ ਨੂੰ, ਕਿਉਂਕਿ ਉਹਨਾਂ ਦੇ ਜਿਹੜੇ ਇਹ ਭਾਸ਼ਣ ਨੇ, ਇਹ ਭਾਸ਼ਣ ਵੀ ਅੱਜ ਇੱਕ ਤਰੀਕੇ ਨਾਲ ਹਿਸਟਰੀ ਬਣ ਜਾਂਦੇ ਨੇ। ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਉਹਨਾਂ ਦਾ ਭਾਸ਼ਣ ਹਮੇਸ਼ਾ ਲਈ ਦਰਜ ਹੋ ਗਿਆ, ਸਰਕਾਰੀ ਵੈਬਸਾਈਟਾਂ ਤੇ ਆ ਗਿਆ, ਕਿੰਨੇ ਚੈਨਲਾਂ ਨੇ ਚਲਾ ਲਿਆ। ਹੁਣ ਅਗਰ ਉਹਨੂੰ ਕਿਸੇ ਨੂੰ ਇਹ ਸਮਝਾਉਣਾ ਹੁਣ ਬੜਾ ਔਖਾ ਹੋਊਗਾ। ਅਗਰ ਭਗਵੰਤ ਮਾਨ ਦੇ ਭਾਸ਼ਣ ਤੋਂ ਕਿਸੇ ਵਿਅਕਤੀ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਬਾਰੇ ਜਾਣਕਾਰੀ ਲੈ ਲਈ ਤਾਂ ਉਸ ਸਟੂਡੈਂਟ ਲਈ ਉਹ ਰੈਫਰੈਂਸ ਬਣ ਗਿਆ ਕਿਤੇ ਲਿਖਣ ਲਈ ਕਿ ਸਾਡੇ ਮੁੱਖ ਮੰਤਰੀ ਨੇ ਕਿਹਾ ਸੀ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮਿਟਾਉਣਾ ਬੜਾ ਔਖਾ ਹੋ ਜਾਂਦਾ। ਫਿਰ ਸਾਡੇ ਪ੍ਰੋਗਰਾਮ 'ਚ ਗਲਤੀ ਹੋ ਜੇ ਅਸੀਂ ਉਹਨੂੰ ਪ੍ਰਾਈਵੇਟ ਕਰ ਦਾਂਗੇ, ਪਰ ਭਗਵੰਤ ਮਾਨ ਜੀ ਦਾ ਪ੍ਰੋਗਰਾਮ ਹਜ਼ਾਰਾਂ ਵੈਬਸਾਈਟਾਂ ਤੇ, ਅਖਬਾਰਾਂ ਤੇ, ਚੈਨਲਾਂ ਤੇ ਚਲਿਆ ਜਾਣਾ। ਸੋ ਇਸ ਕਰਕੇ ਬੇਨਤੀ ਹੈ ਸਾਰੇ ਵੱਡੇ ਲੀਡਰਾਂ ਨੂੰ, ਬੜੇ ਸਨਮਾਨਜਨਕ ਨੇ, ਕਿ ਉਹ ਜ਼ਰੂਰ ਕਾਗਜ਼ ਰੱਖ ਲਿਆ ਕਰਨ, ਸੰਗ ਕਰਨ ਦੀ ਲੋੜ ਨਹੀਂ, ਰੈਫਰੈਂਸ ਲੈ ਲਿਆ ਕਰਨ। ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਡੱਲਾ ਜੀ। ਦੇਖੋ ਜਦੋਂ ਕੋਈ ਵੀ ਹੁੰਦਾ, ਜਦੋਂ ਤੁਸੀਂ ਹਿਸਟੋਰੀਕਲ ਫੈਕਟਸ ਦੱਸਦੇ ਹੋ, ਮੈਨੂੰ ਯਾਦ ਹੈ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅੰਡਮਾਨ ਸੈਲੂਲਰ ਜੇਲ੍ਹ ਦੇ ਵਿੱਚ ਗਏ ਸੀ ਤੇ ਉੱਥੇ ਉਹਨਾਂ ਨੇ ਬੜੀ ਭਾਰੀ ਗਲਤੀ ਕੀਤੀ ਸੀ ਔਰ ਉਹਨਾਂ ਦੀ ਇਸ ਗੱਲ ਕਰਕੇ ਬੜੀ ਆਲੋਚਨਾ ਹੋ ਗਈ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਸ਼ਹੀਦ ਆਜ਼ਮ ਭਗਤ ਸਿੰਘ ਇਸ ਜੇਲ੍ਹ ਦੇ ਵਿੱਚ ਰਹੇ, ਹਾਲਾਂਕਿ ਉਹ ਉਸ ਜੇਲ੍ਹ ਦੇ ਵਿੱਚ ਕਦੇ ਗਏ ਹੀ ਨਹੀਂ। ਉੱਥੇ ਸਿਰਫ ਜਿਹੜੇ ਵਿਨਾਇਕ ਦਮੋਦਰ ਦਾਸ ਸਾਵਰਕਰ ਨੇ ਉਹ ਉੱਥੇ ਰਹੇ ਸੀ। ਸੋ ਇਸ ਕਰਕੇ ਅੱਛਾ, ਇੱਕ ਵਾਰੀ ਉਹਨਾਂ ਨੇ ਕੀ ਕਹਿਤਾ ਸੀ, ਇੱਕ ਵਾਰੀ ਉਹਨਾਂ ਨੇ ਭਗਤ ਕਬੀਰ ਜੀ ਦਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਬਾਬਾ ਗੋਰਖਨਾਥ ਦਾ, ਹਾਲਾਂਕਿ ਉਹ ਕਿਸੇ ਟਾਈਮ ਤੇ ਕੰਟੈਂਪਰੇਰੀ ਹੋ ਸਕਦੇ ਆ। ਜਿਸ ਤਰ੍ਹਾਂ ਦਾ ਤੁਸੀਂ ਦੇਖੋ 1430 ਈਸਵੀ 40 ਈਸਵੀ ਦੇ ਵਿੱਚ ਜਨਮ ਹੋਇਆ ਭਗਤ ਕਬੀਰ ਹੋਣਾ ਦਾ, ਇਸੇ ਤਰ੍ਹਾਂ 1469 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਹੁੰਦਾ, 1539 ਦੇ ਵਿੱਚ ਉਹ ਜੋਤੀ ਜੋਤ ਸਮਾਉਂਦੇ ਨੇ। ਸੋ ਇਸ ਤਰ੍ਹਾਂ ਉਹ ਹੋ ਸਕਦੇ ਆ ਕਿਤੇ ਜਗ੍ਹਾ ਤੇ ਕੋਈ ਕੰਟੈਂਪਰੇਰੀ ਰਹੇ ਹੋਣ, ਪਰ ਬਾਬਾ ਗੋਰਖਨਾਥ ਤਾਂ ਉਸ ਤੋਂ ਵੀ ਪਹਿਲਾਂ ਰਹੇ ਆ। ਸੋ ਉਹਨਾਂ ਦੇ ਆਪਸ ਦੇ ਵਿੱਚ ਬੈਠ ਕੇ ਕਦੋਂ ਚਿੰਤਨ ਕਰਦੇ ਸੀ, ਜਦੋਂ ਉਹਨਾਂ ਨੇ ਕਿਹਾ ਕਿ ਇਕੱਠੇ ਬੈਠ ਕੇ ਚਿੰਤਨ ਕਰਦੇ ਸੀ, ਇਸ ਗੱਲ ਦੀ ਵੀ ਆਲੋਚਨਾ ਹੋਈ। ਸੋ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਲੈਵਲ ਦੇ, ਮੁੱਖ ਮੰਤਰੀ ਲੈਵਲ ਦੇ ਜੋ ਇਹ ਹੁੰਦੇ, ਸਾਡੇ ਨੇਤਾ ਹੁੰਦੇ ਨੇ, ਸਾਡੇ ਲੀਡਰਸ ਹੁੰਦੇ ਨੇ, ਉਹਨਾਂ ਨੂੰ ਬਹੁਤ ਸੋਚ ਸਮਝ ਕੇ ਕੋਈ ਵੀ ਹਿਸਟੋਰੀਕਲ ਫੈਕਟ ਹੋਵੇ, ਸਾਇੰਟੀਫਿਕ ਫੈਕਟ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਡਾਟਾ ਦੇਣਾ ਹੋਵੇ, ਉਹ ਦੇਖਣਾ ਚਾਹੀਦਾ। ਇਹ ਠੀਕ ਆ, ਅਸੀਂ ਉਹਨਾਂ ਨੂੰ ਡਿਸਕਾਊਂਟ ਦੇ ਦਿੰਦੇ ਹਾਂ ਕਿ ਸ਼ਾਇਦ ਕਿਸੇ ਨੇ, ਲੇਕਿਨ ਜ਼ਿੰਮੇਵਾਰੀ ਉਹਨਾਂ ਦੀ ਆਉਂਦੀ ਆ। ਕੋਈ ਨਹੀਂ ਇਹ ਕਹਿੰਦਾ ਕਿ ਇਹ ਭਾਸ਼ਣ ਤਿਆਰ ਕਰਕੇ ਆਇਆ ਹੋਊਗਾ, ਹਾਲਾਂਕਿ ਚਾਹੇ ਉਹਦੀ ਤੁਹਾਡੀ 20 ਬੰਦਿਆਂ ਦੀ ਟੀਮ ਕਿਉਂ ਨਾ ਹੋਵੇ, ਆਖਿਰਕਾਰ ਉਹਦਾ ਕ੍ਰੈਡਿਟ ਵੀ ਤਾਂ ਨੇਤਾ ਹੀ ਲੈਂਦੇ ਆ ਨਾ। ਤੇ ਜੇ ਅੱਜ ਡਿਸਟੋਰਟ ਕੀਤਾ ਤੇ ਉਹਨਾਂ ਨੂੰ, ਮੈਨੂੰ ਲੱਗਦਾ ਇਸ ਗੱਲ ਲਈ ਘੱਟੋ ਘੱਟ ਮਾਫੀ ਜ਼ਰੂਰ ਮੰਗ ਲੈਣੀ ਚਾਹੀਦੀ ਹੈ। ਨਹੀਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਹਨਾਂ ਦੇ ਕੁਝ ਮੈਂਬਰਸ, ਅੱਜ ਮੈਂ ਦੇਖ ਰਿਹਾ ਸੀ, ਉਹਨਾਂ ਨੇ ਆਲਰੇਡੀ ਇਹ ਇਸ਼ੂ ਬਣਾ ਚੁੱਕੇ ਆ। ਜੀ ਚਲੋ, ਵੈਸੇ ਇਸ਼ੂ ਤਾਂ ਨਹੀਂ ਬਣਾਉਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਨੂੰ, ਕਿਉਂਕਿ ਇਸ਼ੂ ਹੋਰ ਬਹੁਤ ਪਏ ਆ ਜਿਨ੍ਹਾਂ ਤੇ ਸਾਨੂੰ ਮਿਲ ਜੁਲ ਕੇ ਕੰਮ ਕਰਨ ਦੀ ਲੋੜ ਹੈ। ਸੋ ਸਪਸ਼ਟੀਕਰਨ ਸਰਕਾਰ ਵੱਲੋਂ ਆ ਸਕਦਾ ਇੱਕ ਪ੍ਰੈਸ ਨੋਟ ਜਾਰੀ ਕਰਕੇ, ਪਰ ਇਹ ਵੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਜੀ ਨੂੰ ਅਗਰ ਇਹ ਕਿਸੇ ਟੀਮ ਦੇ ਮੈਂਬਰ ਨੇ, ਉਹਨਾਂ ਦੀ ਟੀਮ ਦੇ ਮੈਂਬਰ ਨੇ ਲਿਖ ਕੇ ਦਿੱਤਾ ਹੋਵੇ ਤੇ ਭਗਵੰਤ ਮਾਨ ਜੀ ਕੋਈ ਕਾਰਵਾਈ ਕਰਨਗੇ। ਮੈਨੂੰ ਨਹੀਂ ਲੱਗਦਾ, ਵਾਰਨ ਕਰ ਦੇਣਾ ਚਾਹੀਦਾ। ਕਈ ਵਾਰੀ ਮੁੱਖ ਮੰਤਰੀ ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਦੇਖਿਆ
ਕਈ ਮੁਲਾਜ਼ਮ ਨੇ, ਕੋਈ ਡੀਪੀਆਰਓ ਨੇ ਜਾਂ ਹੋਰ ਅਫਸਰ ਨੇ, ਉਹਨਾਂ ਦੀਆਂ ਡਿਊਟੀਆਂ ਬਦਲ ਦਿੱਤੀਆਂ ਜਾਂਦੀਆਂ, ਟਰਾਂਸਫਰ ਕਰ ਦਿੱਤੀ ਜਾਂਦੀ ਹੈ, ਅਣਐਲਾਨੀ ਸਜ਼ਾ ਵੀ ਦੇ ਦਿੰਦੇ ਨੇ ਕਈ ਵਾਰੀ ਮੁੱਖ ਮੰਤਰੀ। ਪਰ ਆਸ ਕਰਾਂਗੇ ਕਿ ਜੋ ਕੁਝ ਵਾਪਰਿਆ ਉਹਦੇ 'ਚ ਸੁਧਾਰ ਆਵੇ। ਸਰਕਾਰ ਇੱਕ ਪ੍ਰੈਸ ਨੋਟ ਜਾਰੀ ਕਰ ਦੇ। ਭਗਵੰਤ ਮਾਨ ਜੀ ਦੀ ਜਿਹੜੀ ਉਹਨਾਂ ਦੀ ਸ਼ਰਧਾ, ਉਹਦੇ ਤੇ ਕੋਈ ਸਵਾਲ ਨਹੀਂ, ਕਿਸੇ ਦੀ ਵੀ ਸ਼ਰਧਾ ਤੇ ਕੋਈ ਸਵਾਲ ਨਹੀਂ। ਅਸੀਂ ਸਾਰੇ ਹੀ ਰਿਸਪੈਕਟ ਕਰਦੇ ਹਾਂ। ਕਈ ਵਾਰੀ ਜਾਣੇ ਅਣਜਾਣੇ ਦੇ ਵਿੱਚ ਕੋਈ ਅਜਿਹੀਆਂ ਭੁੱਲਾਂ ਹੋ ਜਾਂਦੀਆਂ ਨੇ। ਸੋ ਇਨਸਾਨ, ਰੰਧਾਵਾ ਜੀ ਇਸੇ ਕਰਕੇ ਕਹਿੰਦੇ ਨੇ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਸੋ ਗਲਤੀ 'ਚ ਸੁਧਾਰ ਜ਼ਰੂਰ ਕਰਨੀ ਚਾਹੀਦੀ। ਗਲਤੀਆਂ ਹਮੇਸ਼ਾ ਹੁੰਦੀਆਂ ਇਨਸਾਨਾਂ ਤੋਂ। ਸੋ ਗਲਤੀ ਲਈ ਜ਼ਰੂਰ ਭੁੱਲ ਬਖਸ਼ਾ ਲੈਣੀ ਚਾਹੀਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਮਨਪ੍ਰੀਤ ਜੀ, ਸਮਾਂ ਜ਼ਿਆਦਾ ਹੋ ਗਿਆ, ਵਿਸ਼ੇ ਹੋਰ ਵੀ ਨੇ। ਸੋ ਮੈਨੂੰ ਲੱਗਦਾ ਹੁਣ ਆਪਾਂ ਨੂੰ ਇੱਥੇ ਹੀ ਅੱਜ ਸਮਾਪਤੀ ਕਰਨੀ ਪੈਣੀ ਹੈ। ਕੱਲ ਫਿਰ ਮੁਲਾਕਾਤ ਹੋਏਗੀ। ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ।